ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ। ਸ੍ਰੀ ਹਰਿਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਧਰੋਂ ਧਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਕਿਤਕ ਸਮੈ ਤਹ ਬੈਠੇ ਰਹੇ ਪੁਨ ਇਕੰਤ ਹੋਵਨ ਕੋ ਚਾਹੇ। ਉੱਠੇ ਗੁਰੂ ਲਖ ਸਾਈਂ ਦਾਸ ਬੋਲਿਓ ਹਾਥ ਜੋੜ ਹੋਏ ਪਾਸ। ਕਿਤਕ ਸਮੈ ਤਹ ਬੈਠੇ ਰਹੇ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਸਾਡੇ ਸਾਰਿਆਂ ਦੀ ਇੱਜ਼ਤ ਰੱਖਣ ਵਾਲੇ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਅੰਤਰਜਾਮੀ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ
ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। 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 ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਈਮਾਨ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਨਾਲ ਸਤਿਗੁਰੂ ਜੀ ਦੇ ਹਜ਼ੂਰ ਬੈਠ ਕੇ ਗੁਰਬਾਣੀ ਜੀ ਦਾ ਰਸ ਆਨੰਦ ਪ੍ਰਾਪਤ ਕਰ ਰਹੇ ਸੀਗੇ। ਪਿਆਰ ਦੇ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ। ਸਾਰੀ ਸੰਗਤ ਪਿਆਰ ਨਾਲ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀਨ ਦੁਨੀਆ ਨੂੰ ਧਾਰ ਰਹੇ ਹਨ। ਬਾਬਾ ਜੀ ਬਾਬਾ ਸਾਈਂ ਦਾਸ ਜੀ, ਜਿਨ੍ਹਾਂ ਦੇ ਮਨ ਦਾ ਪਿਆਰ ਬਹੁਤ ਜ਼ਿਆਦਾ ਗੁਰੂ ਜੀ ਦੇ ਨਾਲ ਹੈ। ਬਾਬਾ ਸਾਈਂ ਦਾਸ ਜੀ ਦੀ ਭਾਵਨਾ ਨੂੰ ਪੂਰੀਆਂ ਕਰਨ ਵਾਸਤੇ ਗੁਰੂ ਜੀ ਨਾਨਕ ਮੱਤੇ ਤੋਂ ਬਹੁਤ ਛੇਤੀ ਸੱਚੇ ਪਾਤਸ਼ਾਹ ਮਹਾਰਾਜ ਡਰੌਲੀ ਵਿਖੇ ਪਹੁੰਚੇ ਜੀ। ਜਦੋਂ ਸੰਗਤ ਜੀ ਡਰੌਲੀ ਦੇ ਲਾਗੇ ਮਹਾਰਾਜ ਪਹੁੰਚ ਗਏ, ਇੱਕ ਸਿੱਖ ਨੂੰ ਗੁਰੂ ਜੀ ਨੇ ਪਹਿਲਾਂ ਹੀ ਭੇਜ ਦਿੱਤਾ ਵੀ ਜਾਓ, ਜਾ ਕੇ ਸਾਈਂ ਦਾਸ ਜੀ ਨੂੰ ਕਹੋ ਵੀ ਅਸੀਂ ਪਹੁੰਚ ਰਹੇ ਹਾਂ ਜੀ। ਉਸ ਸਿੱਖ ਨੇ ਜਦੋਂ ਦੱਸਿਆ ਨਾ ਬਾਬਾ ਸਾਈਂ ਦਾਸ ਜੀ ਨੂੰ, ਬਾਬਾ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆ ਗਏ ਹਨ। ਇੰਨਾ ਜ਼ਿਆਦਾ ਬਾਬਾ ਸਾਈਂ ਦਾਸ ਜੀ ਨੂੰ ਚਾਅ ਚੜ੍ਹਿਆ, ਇੰਨਾ ਜ਼ਿਆਦਾ ਚਾਅ ਚੜ੍ਹਿਆ ਸਾਧ ਸੰਗਤ ਜੀ, ਜਿਹੜਾ ਨਾ ਬੋਲਿਆ ਹੀ ਜਾ ਸਕਦਾ ਤੇ ਨਾ ਲਿਖਿਆ ਹੀ ਜਾ ਸਕਦਾ ਹੈ ਜੀ। ਬਹੁਤ ਹੀ ਜ਼ਿਆਦਾ ਚਾਅ ਚੜ੍ਹਿਆ, ਬਹੁਤ ਹੀ ਜ਼ਿਆਦਾ ਚਾਅ ਚੜ੍ਹਿਆ। ਬਾਬਾ ਸਾਈਂ ਦਾਸ ਜੀ ਹੋਣਾ ਨੇ ਬੀਬੀ ਰਾਮੋ ਜੀ ਨੂੰ ਫਿਰ ਦੱਸਿਆ ਵੀ ਤਿਆਰੀ ਕਿਵੇਂ ਕਰਨੀ ਗੁਰੂ ਜੀ ਦੇ ਆਉਣ ਦੀ ਜੀ। ਗੁਰੂ ਜੀ ਸਾਨੂੰ ਸੁੱਖਾਂ ਭਰਿਆ ਸਮਾਂ ਬਖਸ਼ਣ, ਖੁਸ਼ੀਆਂ ਭਰੇ ਸਮੇਂ ਬਖਸ਼ਣ ਤੇ ਸਾਡੇ ਘਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਉਣ, ਤੇ ਆਪਾਂ ਉਦੋਂ ਕਰਨਾ ਕੀ ਹੈ, ਇਹ ਸਾਰੀ ਕਥਾ ਇਹਦੇ ਵਿੱਚ ਲਿਖੀ ਜੀ। ਆਖਿਆ ਰਾਮੋ ਅੰਦਰ ਬਾਹਰ ਸਾਰੇ ਕਿਤੇ ਘਰ ਦੀ ਸਫਾਈ ਕਰ, ਤੇ ਮਹਾਰਾਜ ਵਾਸਤੇ ਪਲੰਘਾ ਢਾ, ਉੱਤੇ ਵਿਛਾਈ ਵਿਛਾ, ਇਹੋ ਜਿਹੀ ਵਿਛਾਈ ਵਿਛਾਉਣੀ ਜਿਹਦੇ 'ਚ ਵੱਟ ਨਾ ਮਾਸਾ ਜਿਹਾ ਵੀ ਹੋਵੇ ਕਹਿਣ ਲੱਗੇ। ਫਿਰ ਇਹ ਵੀ ਆਖਿਆ ਵੀ ਅਤਰ ਛਿੜਕ ਅਤਰ, ਫੁੱਲਾਂ ਦਾ ਪ੍ਰਬੰਧ ਕਰ, ਠੰਡੇ ਪਾਣੀ ਦਾ ਪ੍ਰਬੰਧ ਕਰ, ਤੇ ਮੈਂ ਗੁਰੂ ਜੀ ਨੂੰ ਲੈ ਕੇ ਆਇਆ ਕਹਿਣ ਲੱਗੇ। ਬੜਾ ਚਾਅ ਕੀਤਾ ਬਾਬਾ ਸਾਈਂ ਦਾਸ ਜੀ ਨੇ। ਨਗਰ ਦੇ ਪ੍ਰੇਮੀਆਂ ਨੂੰ ਨਾਲ ਲੈ ਕੇ ਨਾ ਜੀ, ਤੇ ਬਾਬਾ ਸਾਈਂ ਦਾਸ ਜੀ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਲੈਣ ਵਾਸਤੇ ਅੱਗੇ ਹੀ ਜਾ ਕੇ ਖਲੋ ਗਏ ਜੀ। ਪਿੰਡ ਦੇ ਬਾਹਰ ਜਾ ਕੇ ਖਲੋ ਗਏ ਜੀ। ਪਿੰਡ ਦੇ ਵਿੱਚ ਘਰ ਹੈ ਨਾ ਜੀ ਬਾਬਾ ਸਾਈਂ ਦਾਸ ਜੀ ਦਾ, ਤੁਸੀਂ ਗਏ, ਤੁਸੀਂ ਵੇਖਿਆ ਜੀ। ਤੇ ਨਗਰ ਦੇ ਬਾਹਰ, ਪਿੰਡ ਦੇ ਬਾਹਰ ਜਾ ਕੇ ਖਲੋ ਗਏ ਜੀ। ਸੰਗਤਾਂ ਨਾਲ ਲੈ ਲਈਆਂ। ਦੂਰੋਂ ਜਦੋਂ ਧੂੜ ਉੱਡਦੀ ਵਿਖੀ ਤੇ ਪਤਾ ਲੱਗ ਗਿਆ ਵੀ ਇਹ ਜਿਹੜੀ ਧੂੜ ਉੱਡ ਰਹੀ, ਮਹਾਰਾਜ ਘੋੜੇ ਤੇ ਆ ਰਹੇ ਆ, ਨਾਲ ਫੌਜਾਂ ਦੇ ਘੋੜੇ ਨੇ, ਤਾਂ ਧੂੜ ਉੱਡ ਰਹੀ ਹੈ ਜੀ। ਦੂਰੋਂ ਫਿਰ ਮਹਾਰਾਜ ਜੀ ਦੇ ਦਰਸ਼ਨ ਹੋਏ। ਬਾਬਾ ਸਾਈਂ ਦਾਸ ਜੀ ਆਨੰਦ ਵਿੱਚ ਹੀ ਹੋ ਗਏ ਜੀ, ਆਨੰਦ ਵਿੱਚ ਹੋ ਗਏ। ਫਿਰ ਤੁਸੀਂ ਸੁਣਿਆ ਮਹਾਰਾਜ ਗਰੀਬ ਨਵਾਜ ਨੇੜੇ ਆਏ, ਬਾਬਾ ਸਾਈਂ ਦਾਸ ਜੀ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਜੀ। ਇੰਨੇ ਪਿਆਰ ਨਾਲ ਦਰਸ਼ਨ ਕੀਤੇ। ਗੁਰੂ ਜੀ ਦਾ ਜਿਹੜਾ ਚਰਨ ਸੀ ਨਾ, ਇੱਕ ਮਹਾਰਾਜ ਗਰੀਬ ਨਵਾਜ ਜੀ ਦੇ ਚਰਨ ਤੇ ਸਿਰ ਰੱਖਿਆ, ਨੇਤਰਾਂ 'ਚ ਹੰਝੂ, ਤੇ ਹੰਝੂਆਂ ਨਾਲ ਮਹਾਰਾਜ ਦੇ ਚਰਨ ਧੋ ਦਿੱਤੇ ਜੀ। ਕਿਤੇ ਕਿਤੇ ਹੀ ਹੈ ਇਹੋ ਜਿਹਾ ਪਿਆਰ, ਕਿਤੇ ਕਿਤੇ ਜੀ। ਹੁਣੇ ਮੈਨੂੰ ਇੱਕ ਗੁਰਮੁਖ ਕਹਿਣ ਲੱਗਾ ਵੀ ਜਿਹੋ ਜਿਹਾ ਪਿਆਰ ਸਾਈਂ ਦਾਸ ਜੀ ਦੇ ਮਨ ਵਿੱਚ ਹੈਗਾ, ਸਾਡੇ ਮਨ 'ਚ ਕਿਵੇਂ ਵਸੇਗਾ। ਹਾਂਜੀ, ਇਹ ਤੇ ਸੰਗਤ ਜੀ ਬੜੇ ਵੱਡੇ ਭਾਗਾਂ ਦੀ ਗੱਲ ਹੈਗੀ ਜੀ, ਬੜੇ ਵੱਡੇ ਭਾਗਾਂ ਦੀ ਗੱਲ ਹੈਗੀ ਹੈ। ਇਹੋ ਜਿਹਾ ਪਿਆਰ ਹਿਰਦੇ ਵਿੱਚ ਬਣੇ, ਇਹ ਕੋਈ ਛੋਟੀ ਗੱਲ ਨਹੀਂ ਹੈਗੀ ਜੀ। ਹਾਂਜੀ, ਮੇਰਾ ਆਪਣਾ ਮਨ ਮੰਨਦਾ, ਜਿਹਦੇ ਅੰਦਰ ਇਹੋ ਜਿਹਾ ਪਿਆਰ ਹੀ ਪੈਦਾ ਹੋ ਗਿਆ, ਵੈਸੇ ਹੀ ਮੁਕਤ ਹੈਗਾ ਜੀ। ਹਾਂਜੀ, ਸਾਚ ਕਹੋ ਸੁਣ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਹ ਬੜੀ ਵੱਡੀ ਗੱਲ ਹੈਗੀ ਜੀ। ਬੈਰਾਗ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਚਰਨ ਧੋ ਦਿੱਤਾ ਜੀ।
ਹਾਂਜੀ, ਇੱਕ ਚਰਨ ਤੇ ਬਾਕੀ ਸਿਰ ਰੱਖਣ ਤੇ ਤੁਰੀ ਜਾਣ, ਤੇ ਮਹਾਰਾਜ ਜੀ ਦੇ ਚਰਨਾਂ ਤੋਂ ਸਿਰ ਨਹੀਂ ਚੁੱਕ ਰਹੇ ਬਾਬਾ ਸਾਈਂ ਦਾਸ ਜੀ। ਤੇ ਫਿਰ ਕੀ ਕੀਤਾ ਜੀ, ਲੰਮੇ ਸਮੇਂ ਬਾਅਦ ਜਦੋਂ ਸਿਰ ਚੁੱਕਿਆ, ਮਹਾਰਾਜ ਵੀ ਘੋੜੇ ਤੇ ਬੈਠੇ ਰਹੇ ਵੀ ਕੋਈ ਨਹੀਂ, ਇਹਨਾਂ ਨੂੰ ਆਪਣਾ ਆਨੰਦ ਕਰ ਲੈਣ ਦਿਓ। ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਈਂ ਦਾਸ ਜੀ ਨੂੰ ਫਿਰ ਕਹਿਣ ਲੱਗੇ, ਮਹਾਰਾਜ ਕਹਿੰਦੇ ਸਾਈਂ ਦਾਸ ਤੁਸੀਂ ਸਾਡੇ ਦਿਲ 'ਚ ਵਸਦੇ ਜੇ। ਕਹਿਣ ਲੱਗੇ ਜਿੰਨਾ ਪਿਆਰ ਤੁਸੀਂ ਸਾਡੇ ਨਾਲ ਕੀਤਾ, ਤੁਸੀਂ ਸਾਡੇ ਦਿਲ 'ਚ ਵਸਦੇ, ਸਾਡੇ ਹਿਰਦੇ 'ਚ ਵਸਦੇ ਜੇ। ਪਿਆਰ ਨਾਲ ਸਾਰੇ ਕਹੋ ਧੰਨ ਬਾਬਾ ਸਾਈਂ ਦਾਸ ਜੀ। ਧੰਨ ਬਾਬਾ ਸਾਈਂ ਦਾਸ ਕਹਿਣਾ ਚਾਹੀਦਾ ਜੀ, ਐਸੇ ਗੁਰਸਿੱਖਾਂ ਨੂੰ ਧੰਨ ਧੰਨ ਕਹਿਣਾ ਚਾਹੀਦਾ ਜੀ। ਧੰਨ ਧੰਨ ਸੋ ਗੁਰਸਿੱਖ ਕਹੀਐ, ਜੋ ਗੁਰ ਚਰਣੀ ਸਿੱਖ ਪੜ੍ਹਤੇ ਆ। ਤੁਸੀਂ ਸਾਡੇ ਦਿਲ 'ਚ ਵਸਦੇ ਜੇ, ਤੁਸੀਂ ਜਿੰਨਾ ਪਿਆਰ ਸਾਡੇ ਨਾਲ ਕੀਤਾ। ਕਹਿਣ ਲੱਗੇ ਮਹਾਰਾਜ ਕਹਿੰਦੇ ਸਾਈਂ ਦਾਸ ਸਾਡਾ ਜੀ ਕਰਦਾ ਸੀ ਵੀ ਛੇਤੀ ਆ ਜਾਈਏ, ਪਰ ਕਾਰਜ ਬੜਾ ਜ਼ਰੂਰੀ ਸੀ। ਕਹਿਣ ਲੱਗੇ ਫਿਰ ਤੁਸੀਂ ਸੁਣਿਆ ਬਹੁਤ ਸਾਰੀਆਂ ਸੰਗਤਾਂ ਮਹਾਰਾਜ ਗਰੀਬ ਨਵਾਜ ਜੀ ਨੂੰ ਲੈਣ ਵਾਸਤੇ ਆਈਆਂ। ਗੁਰੂ ਜੀ ਘੋੜੇ ਤੇ ਨੇ ਤੇ ਕਈ 100 ਸਰੀਰ ਘੋੜੇ ਦੇ ਆਲੇ ਦੁਆਲੇ ਮਹਾਰਾਜ ਨੂੰ ਮੱਥਾ ਟੇਕ ਰਿਹਾ, ਤੇ ਘੋੜਾ ਮਹਾਰਾਜ ਪ੍ਰੇਰਦੇ ਤੇ ਪਿੰਡ ਦੇ ਵਿੱਚ ਪਹੁੰਚੇ ਜੀ। ਤੇ ਸਭ ਤੋਂ ਪਹਿਲਾਂ ਮਹਾਰਾਜ ਮਾਤਾ ਜੀ ਨੂੰ ਮਿਲੇ ਜੀ, ਮਾਤਾ ਗੰਗਾ ਜੀ ਨੂੰ ਜੀ। ਮਰਿਆਦਾ ਜੀ, ਮਾਤਾ ਪਿਤਾ ਦਾ ਪੂਰਾ ਸਤਿਕਾਰ ਸੱਚੇ ਪਾਤਸ਼ਾਹ ਮਹਾਰਾਜ ਕਰਦੇ ਆ। ਪਹਿਲਾਂ ਆਪਣੇ ਮਾਤਾ ਜੀ ਨੂੰ ਮਿਲੇ ਜੀ। ਮਾਤਾ ਜੀ ਨੇ ਬੜਾ ਚਾਅ ਕੀਤਾ, ਬੜੇ ਚਿਰ ਬਾਅਦ ਮਹਾਰਾਜ ਜੀ ਦੇ ਦਰਸ਼ਨ ਹੋਏ, ਤੇ ਮਹਾਰਾਜ ਮਾਤਾ ਜੀ ਦੇ ਪਾਸ ਬੈਠ ਗਏ ਜੀ। ਵੇਖੋ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਪਾਂ ਕਥਾ ਸੁਣ ਰਹੇ ਹਾਂ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਮਾਤਾ ਜੀ ਦਾ ਬਹੁਤਾ ਹੀ ਸਤਿਕਾਰ ਕੀਤਾ ਜੀ ਆਪਣੇ ਜੀਵਨ ਵਿੱਚ ਜੀ। ਸਾਨੂੰ ਇਹ ਕਰਕੇ ਵਿਖਾਇਆ ਵੀ ਸਿੱਖੋ ਇਸ ਤਰ੍ਹਾਂ ਕਰਨਾ। ਜਦੋਂ ਮਹਾਰਾਜ ਗਵਾਲੀਅਰ ਤੋਂ ਆਏ ਆ, ਅੰਮ੍ਰਿਤਸਰ ਵਿੱਚ ਆਏ ਆ, ਹਰਿਮੰਦਰ ਸਾਹਿਬ ਨਮਸਕਾਰ ਕਰਕੇ ਪਤਨੀਆਂ ਨੂੰ ਬਾਅਦ 'ਚ ਮਿਲੇ ਆ, ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਮਾਤਾ ਜੀ ਨੂੰ ਮਿਲੇ ਆ ਜੀ। ਪਹਿਲਾਂ ਮਾਤਾ ਜੀ ਨੂੰ ਮਿਲੇ ਜੀ, ਸਭ ਤੋਂ ਪਹਿਲਾਂ ਮਾਤਾ ਜੀ ਨੂੰ ਮਿਲੇ। ਤੇ ਮੇਰੇ ਖਿਆਲ ਨਾਲ ਅੱਜ ਦਾ ਜਿਹੜਾ ਭਾਈ ਹੈ ਉਹ ਆਪਣੀ ਵਹੁਟੀ ਨੂੰ ਪਹਿਲਾਂ ਮਿਲੇਗਾ ਤੇ ਮਾਂ ਨੂੰ ਬਾਅਦ ਵਿੱਚ ਮਿਲੇਗਾ ਜੀ। ਵਹੁਟੀ ਨੂੰ ਪਹਿਲਾਂ ਤੇ ਮਾਂ ਪਿਓ ਦਾ ਨੰਬਰ ਬਾਅਦ ਵਿੱਚ ਜੀ। ਮਹਾਰਾਜ ਜੀ ਮਾਤਾ ਜੀ ਨੂੰ ਮਿਲੇ ਜੀ। ਇਹ ਮਰਿਆਦਾ ਕਰਕੇ ਗੁਰੂ ਜੀ ਵਿਖਾ ਰਹੇ ਹੈ ਕਿ ਆਪਾਂ ਆਪਣੀ ਜ਼ਿੰਦਗੀ ਵਿੱਚ ਜਿਉਣਾ ਕਿਵੇਂ ਹੈਗਾ ਜੀ, ਢੰਗ ਤਰੀਕੇ ਕਿਹੜੇ ਕਿਹੜੇ ਅਪਣਾਉਣੇ ਆ। ਆਖੋ ਸਾਰੇ ਵਾਹਿਗੁਰੂ ਵਾਹਿਗੁਰੂ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮਾਤਾ ਜੀ ਨੂੰ ਮਿਲੇ, ਤੇ ਮਾਤਾ ਜੀ ਪੁੱਛ ਰਹੇ ਵੀ ਸਾਰੇ ਕਾਰਜ ਸਿੱਧ ਹੋ ਗਏ ਆ। ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਮਾਤਾ ਜੀ ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਨਾਲ ਜੈ ਜੈਕਾਰ ਹੋ ਗਈ। ਕਹਿਣ ਲੱਗੇ ਸਿੱਧ ਭੱਜ ਗਏ ਉੱਥੋਂ। ਕਹਿਣ ਲੱਗੇ ਤੇ ਗੁਰੂ ਨਾਨਕ ਦੇਵ ਜੀ ਦਾ ਅਸਥਾਨ ਆਜ਼ਾਦ ਹੋ ਗਿਆ। ਇਹ ਬਚਨ ਵਿਲਾਸ ਹੋਏ। ਹੁਣ ਆਪਾਂ ਅੱਗੋਂ ਕਥਾ ਸੁਣੀਏ। ਕੁਝ ਸਮਾਂ ਗੁਰੂ ਜੀ ਦਾ ਇਤਿਹਾਸ ਬਹੁਤ ਸੁੱਖ ਦੇਣ ਵਾਲਾ ਗੁਰੂ ਜੀ ਦਾ ਇਤਿਹਾਸ ਹੈ। ਪਿਆਰ ਦੇ ਨਾਲ ਸਾਰੇ ਕਥਾ ਸਰਵਣ ਕਰੀਏ। ਸਾਰੀ ਸੰਗਤ ਗੱਜ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। 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 ਸਭ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਕਿਤਕ ਸਮੈ ਤਹ ਬੈਠੇ ਰਹੇ, ਪੁਨ ਇਕੰਤ ਹੋਵਨ ਕੋ ਚਹੇ। ਮਹਾਰਾਜ ਕੁਝ ਸਮਾਂ ਮਾਤਾ ਜੀ ਦੇ ਕੋਲ ਬੈਠੇ ਰਹੇ ਜੀ। ਫਿਰ ਮਹਾਰਾਜ ਇਕਾਂਤ ਚ ਹੋਣਾ ਚਾਹੁੰਦੇ, ਕਿਉਂ ਲੰਮੇ ਸਫ਼ਰ ਤੋਂ ਆਏ ਸੀ ਨਾ ਜੀ ਮਹਾਰਾਜ ਜੀ। ਹਾਂਜੀ। ਉੱਠੇ ਗੁਰੂ ਲਖ ਸਾਈਂ ਦਾਸ। ਮਹਾਰਾਜ ਗਰੀਬ ਨਵਾਜ ਜੀ ਉੱਠ ਖਲੋਤੇ ਜੀ। ਉਸੇ ਵੇਲੇ ਹੀ ਸਾਈਂ ਦਾਸ ਜੀ ਨੂੰ ਪਤਾ ਲੱਗ ਗਿਆ ਵੀ ਮਹਾਰਾਜ ਨੇ ਹੁਣ ਇਕਾਂਤ ਚ ਜਾਣਾ ਜੀ। ਵੇਖ ਲਓ ਕਮਾਲ ਦੀ ਗੱਲ। ਮਤਲਬ ਕਹਿੰਦੇ ਨਾ ਸਮਝਦਾਰ ਨੂੰ ਇਸ਼ਾਰਾ ਬਹੁਤ ਹੁੰਦਾ ਜੀ।
ਤੇ ਚੇਤਾ ਰੱਖਿਓ, ਪਿਆਰ ਵਾਲਿਆਂ ਨੂੰ ਤਾਂ ਇਸ਼ਾਰਾ ਵੀ ਨਹੀਂ ਕਰਨਾ ਪੈਂਦਾ ਜੀ, ਉਹ ਉਂਝ ਹੀ ਸਮਝ ਜਾਂਦੇ ਜੀ। ਸਾਈਂ ਦਾਸ ਜੀ ਸਮਝ ਗਏ ਜੀ ਸਾਰੀ ਗੱਲ। ਹਾਂਜੀ, ਬੋਲਿਓ ਹਾਥ ਜੋਰ ਹੋਏ ਪਾਸ। ਤੇ ਸਾਈਂ ਦਾਸ ਜੀ ਨਾ ਜੀ ਹੱਥ ਜੋੜ ਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਕਹਿਣ ਲੱਗੇ, ਮੰਦਰ ਸੁੰਦਰ ਜਹਾਂ ਸੁਧਾਰਿਓ, ਤੁਮੈ ਬਸਾਵਨ ਕੋ ਪ੍ਰਣ ਧਾਰਿਓ। ਸੱਚੇ ਪਾਤਸ਼ਾਹ ਕਿਰਪਾ ਕਰੋ, ਆਪ ਜੀ ਦੇ ਵਾਸਤੇ ਜਿਹੜਾ ਅਸਥਾਨ ਬਣਾਇਆ ਤੇ ਜਿੱਥੇ ਮੇਰਾ ਪ੍ਰਣ ਸੀਗਾ ਵੀ ਇਸ ਸੋਹਣੇ ਘਰ ਵਿੱਚ ਤੁਹਾਨੂੰ ਪਹਿਲਾਂ ਚਰਨ ਪਵਾਉਣੇ ਆ। ਹਾਂਜੀ, ਤਹਾਂ ਚੱਲੋ ਕੀਜੈ ਬਿਸਰਾਮੂ। ਹੁਣ ਆਪ ਕਿਰਪਾ ਕਰੋ ਤੇ ਉੱਥੇ ਚੱਲ ਕੇ ਆਰਾਮ ਕਰੋ। ਕਹਿਣ ਲੱਗੇ, ਬੜੀ ਦੂਰ ਦਾ ਸਫ਼ਰ ਸੀਗਾ ਜੀ, ਘੋੜੇ ਤੇ ਆਉਣਾ ਥਕਾਵਟ ਹੋ ਜਾਂਦੀ ਹੈ ਜੀ। ਹਾਂਜੀ, ਕਰਹੁ ਸਫਲ ਪਾਵਨ ਸ਼ੁਭ ਧਾਮੂ। ਤੇ ਮਹਾਰਾਜ ਬੜੇ ਚਾਅ ਨਾਲ ਘਰ ਬਣਾਇਆ, ਚਰਨ ਪਾ ਕੇ ਘਰ ਪਵਿੱਤਰ ਕਰ ਦਿਓ ਸੱਚੇ ਪਾਤਸ਼ਾਹ। ਇਹ ਕਹਿ ਆਪ ਸੰਗ ਲੈ ਚੱਲਿਓ। ਉਹ ਸਮਝ ਗਏ ਨਾ ਵੀ ਮਹਾਰਾਜ ਜੀ ਨੇ ਹੁਣ ਆਰਾਮ ਕਰਨਾ ਕੁਝ ਸਮਾਂ ਜੀ। ਇਹ ਕਹਿ ਕੇ ਬਾਬਾ ਸਾਈਂ ਦਾਸ ਜੀ ਗੁਰੂ ਜੀ ਨੂੰ ਲੈ ਤੁਰੇ। ਬੂਝੀ ਕੁਸ਼ਲ ਆਨ ਕੋ ਮਿਲਿਓ। ਬੂਝੀ ਕੁਸ਼ਲ ਆਨ ਜੋ ਮਿਲਿਓ। ਜਿਹੜਾ ਜਿਹੜਾ ਮਹਾਰਾਜ ਜੀ ਨੂੰ ਮਿਲ ਰਿਹਾ ਨਾ ਜੀ, ਸੱਚੇ ਪਾਤਸ਼ਾਹ ਉਹਨੂੰ ਪੁੱਛ ਰਹੇ ਵੀ ਸਭ ਠੀਕ ਠਾਕ ਹੈ, ਰਾਜੀ ਖੁਸ਼ੀ ਹੈ। ਹਾਂਜੀ, ਸੁੰਦਰ ਸਰਬ ਸੇਜ ਮ੍ਰਿਦ ਕਰੀ। ਤੇ ਜਿਹਨੂੰ ਗੁਰੂ ਹਰਗੋਬਿੰਦ ਸਾਹਿਬ ਰਾਜੀ ਖੁਸ਼ੀ ਪੁੱਛਦੇ ਨਾ ਜੀ, ਉਹ ਉਹਨੇ ਚ ਚੜ੍ਹਦੀ ਕਲਾ ਵਿੱਚ ਹੋ ਜਾਂਦਾ ਜੀ, ਬਾਗੋ ਬਾਗ ਹੋ ਜਾਂਦਾ ਜੀ। ਹਾਂਜੀ, ਸੁੰਦਰ ਸਰਬ ਸੇਜ ਮ੍ਰਿਦ ਕਰੀ, ਰਾਮੋ ਤਹਾਂ ਪ੍ਰਤੀਖਤ ਥਿਰੀ। ਤੇ ਬਹੁਤ ਸੋਹਣਾ ਪਲੰਗਾ ਡਾਇਆ ਜੀ, ਨਵਾਂ ਪਲੰਗਾ ਡਾਇਆ ਜੀ, ਉਹਦੇ ਤੇ ਬਹੁਤ ਵਧੀਆ ਰੂੰ ਦਾ ਗੱਦਾ ਬਣਵਾ ਕੇ ਵਿਛਾਇਆ ਜੀ, ਸੋਹਣੀ ਚਾਦਰ ਵਿਛਾਈ ਹੈ ਤੇ ਪਲੰਗਾ ਤਿਆਰ ਕਰਕੇ ਬੀਬੀ ਰਾਮੋ ਜੀ ਆਪਣੇ ਸੱਚੇ ਪਾਤਸ਼ਾਹ ਜੀ ਨੂੰ ਉਡੀਕ ਰਹੇ ਨੇ ਜੀ। ਹਾਂਜੀ, ਪ੍ਰਵੇਸ਼ੇ ਦਵਾਰ ਦੌੜ ਕਰ ਆਈ। ਤੇ ਜਦੋਂ ਮਹਾਰਾਜ ਨੇੜੇ ਆ ਗਏ ਨਾ ਜੀ, ਜਿਹੜੇ ਕਮਰੇ 'ਚ ਤੁਸੀਂ ਆਪਾਂ ਸਾਰੇ ਦਰਸ਼ਨ ਕੀਤੇ, ਉਸ ਕਮਰੇ ਦੀ ਗੱਲ ਹੈ ਇਹ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਆਏ ਤੇ ਬੀਬੀ ਰਾਮੋ ਜੀ ਦੌੜ ਕੇ ਦਰਵਾਜ਼ੇ ਦੇ ਅੱਗੇ ਆਏ ਜੀ। ਹਾਂਜੀ, ਕੋਮਲ ਪੱਗ ਪੰਕਜ ਲਪਟਾਈ। ਤੇ ਫਿਰ ਪਰਵਾਹ ਨਹੀਂ ਕੀਤੀ ਜੀ, ਬੀਬੀ ਰਾਮੋ ਜੀ ਨੇ ਕੋਈ ਸੰਗ ਸ਼ਰਮ ਨਹੀਂ ਕੀਤੀ, ਸਾਰਿਆਂ ਦੇ ਵਿੱਚ ਹੀ ਵਹਿੰਦਿਆਂ ਵਹਿੰਦਿਆਂ ਗੁਰੂ ਜੀ ਦੇ ਚਰਨਾਂ ਤੇ ਸਿਰ ਰੱਖ ਦਿੱਤਾ ਜੀ। ਸ਼ਰਧਾ ਨਾ ਜੀ, ਪਿਆਰ ਹੈ ਜੀ, ਸ਼ਰਧਾ ਨਹੀਂ ਤੇ ਟਿਕਣ ਦਿੰਦੀ ਜੀ। ਸ਼ਰਧਾ ਵਿੱਚ, ਪਿਆਰ ਵਿੱਚ ਬੰਦਾ ਆਸਾ ਪਾਸਾ ਭੁੱਲ ਜਾਂਦਾ ਜੀ। ਹਾਂਜੀ, ਘਰੀ ਆਜ ਕੀ ਸ਼ੁਭ ਮੈਂ ਧਨ। ਤੇ ਬੀਬੀ ਰਾਮੋ ਜੀ ਮੁਖੋਂ ਕਹਿ ਰਹੇ, ਮਹਾਰਾਜ ਅੱਜ ਦੀ ਘੜੀ ਧਨ ਹੈਗੀ। ਕਹਿਣ ਲੱਗੇ, ਬੜੀ ਸ਼ੁਭ ਘੜੀ ਆ ਇਹ। ਜਿਸ ਪਰ ਸਤਿਗੁਰ ਭਏ ਪ੍ਰਸੰਨ। ਜਿਸ ਘੜੀ 'ਚ ਸਾਡੇ ਗੁਰੂ ਜੀ ਸਾਡੇ ਤੇ ਪ੍ਰਸੰਨ ਹੋਏ ਨੇ, ਸਾਡੇ ਤੇ ਮਿਹਰ ਕਰਨ ਵਾਸਤੇ ਗੁਰੂ ਜੀ ਆਪ ਚੱਲ ਕੇ ਆਏ ਆ। ਸਦਨ ਆਨ ਕੈ ਚਰਨ ਦਿਖਾਏ, ਆਪਣੇ ਜਨ ਜਾਣੇ ਮਨ ਭਾਏ। ਮਹਾਰਾਜ ਤੁਸੀਂ ਬੜੀ ਮਿਹਰ ਕੀਤੀ ਹੈ, ਸਾਨੂੰ ਆਪਣਾ ਸਮਝ ਕੇ ਇੱਥੇ ਆ ਕੇ ਸਾਨੂੰ ਆਪਣੇ ਚਰਨ ਵਿਖਾਏ ਹੈ, ਸਾਨੂੰ ਆਪਣੇ ਦਰਸ਼ਨ ਦਿੱਤੇ ਤੁਸਾਂ। ਹਾਂਜੀ, ਕਹੋ ਰਾਮੋ ਤੂੰ ਹੈ ਸੁਖ ਸਾਥ। ਆਖੋ ਸਾਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਮਹਾਰਾਜ ਕਹਿੰਦੇ ਬੀਬੀ ਰਾਮੋ ਜੀ ਨੂੰ, ਰਾਮੋ ਤੂੰ ਸੁਖੀ ਹੈ? ਮਹਾਰਾਜ ਕਹਿਣ ਲੱਗੇ। ਹਾਂਜੀ, ਪ੍ਰੇਮੀ ਭਗਤ ਸਿੱਖ ਤੁਵ ਨਾਥ। ਮਹਾਰਾਜ ਕਹਿਣ ਲੱਗੇ, ਤੁਹਾਡੇ ਪਤੀ ਜੀ ਸਾਈਂ ਦਾਸ ਜੀ ਸਾਡੇ ਬੜੇ ਵੱਡੇ ਭਗਤ ਨੇ। ਕਹਿਣ ਲੱਗੇ, ਕਿੰਨੇ ਵੱਡੇ ਬਾਬਾ ਸਾਈਂ ਦਾਸ ਜੀ ਭਗਤ ਹੋਣਗੇ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ, ਸਾਈਂ ਦਾਸ ਤੂੰ ਸਾਡੇ ਦਿਲ ਵਿੱਚ ਰਹਿਣਾ। ਕਹਿਣ ਲੱਗੇ, ਕਿੰਨੇ ਵੱਡੇ ਭਗਤ ਹੋਣਗੇ ਜੀ। ਹਾਂਜੀ, ਪ੍ਰੀਤ ਦਾਮ ਤੇ ਐਂਚ ਮੰਗਾਏ, ਕੇਵਲ ਇਸ ਘਰ ਕੇ ਹਿਤ ਆਏ। ਤੇ ਨਾਲ ਹੀ ਮਹਾਰਾਜ ਅੰਦਰ ਪ੍ਰਵੇਸ਼ ਹੁੰਦੇ ਹੁੰਦੇ ਬਚਨ ਕਰਨ ਦੇ ਆ। ਸੱਚੇ ਪਾਤਸ਼ਾਹ ਕਹਿੰਦੇ, ਤੁਹਾਡੇ ਪ੍ਰੇਮ ਦੀ ਡੋਰ ਨਹੀਂ ਸਾਨੂੰ ਖਿੱਚ ਲਿਆਂਦਾ। ਕਹਿਣ ਲੱਗੇ, ਉਚੇਚਾ ਤੁਹਾਡੇ ਘਰ ਵਾਸਤੇ ਇੱਥੇ ਆਏ। ਮਹਾਰਾਜ ਕਹਿਣ ਲੱਗੇ, ਅਸੀਂ ਉਚੇਚਾ। ਸੰਗਤ ਜੀ, ਜਿਹੜਾ ਬਹੁਤ ਖਾਸ ਹੋਵੇ ਨਾ, ਬਹੁਤ ਖਾਸ ਹੋਵੇ, ਫਿਰ ਬੰਦਾ ਸਾਰੇ ਕੰਮ ਕਾਰ ਛੱਡ ਕੇ ਵੀ ਉਹਨੂੰ ਉੱਥੇ ਜਾਣਾ ਪੈਂਦਾ ਜੀ। ਪਤਾ ਵੀ ਨਹੀਂ ਗਏ ਤੇ ਗੁਜ਼ਾਰਾ ਨਹੀਂ ਹੈਗਾ ਸਾਡਾ। ਖਾਸ ਜਗ੍ਹਾ ਤੇ ਸਾਰੇ ਕੰਮ ਕਾਰ ਛੱਡ ਕੇ ਵੀ ਬੰਦੇ ਨੂੰ ਪਹੁੰਚਣਾ ਪੈਂਦਾ। ਆਪਾਂ ਸੰਸਾਰ ਵਿੱਚ ਰਹਿੰਦੇ, ਕਰਦੇ ਹਾਂ ਜੀ ਇੰਝ ਜੀ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਭ ਕੁਝ ਇੱਕ ਬੰਨੇ ਕਰਕੇ ਤੁਹਾਡੇ ਘਰ ਆਏ ਆ। ਹਾਂਜੀ, ਇਮ ਬੋਲਤ ਸੋ ਪਰਯੰਕ ਬਿਰਾਜੇ। ਇਸ ਤਰੀਕੇ ਨਾਲ ਬਚਨ ਕਰਦਿਆਂ ਕਰਦਿਆਂ ਸੱਚੇ ਪਾਤਸ਼ਾਹ ਉਸ ਪਲੰਘੇ ਦੇ ਉੱਤੇ ਬੈਠ ਗਏ ਜਿਹੜਾ ਪਲੰਘਾ ਬਾਬਾ ਜੀ ਨੇ ਬਣਵਾਇਆ ਜੀ। ਬਾਬਾ ਸਾਈਂ ਦਾਸ ਜੀ ਨੇ ਉਚੇਚਾ ਗੁਰੂ ਹਰਗੋਬਿੰਦ ਸਾਹਿਬ ਜੀ ਵਾਸਤੇ ਬਣਵਾਇਆ ਜੀ। ਹਾਂਜੀ, ਜਿਨ ਕੋ ਸਿਮਰਨ ਤੇ ਅਗ ਭਾਜੇ। ਉਹ ਸੱਚੇ ਪਾਤਸ਼ਾਹ ਪਲੰਘੇ ਤੇ ਬੈਠੇ ਜਿਨ੍ਹਾਂ ਦਾ ਸਿਮਰਨ ਕੀਤਿਆਂ ਪਾਪ ਦੂਰ ਹੋ ਜਾਂਦੇ ਨੇ। ਸੰਗਤ ਜੀ, ਮੈਂ ਸਿੱਧੀ ਤਰ੍ਹਾਂ ਸਿੱਧਾ ਹੀ ਕਹਿ ਦੇਵਾਂ, ਆਪਣੀ ਜੀਭ ਤੋਂ ਜਿਹੜਾ ਕਹੇਗਾ ਧੰਨ ਗੁਰੂ ਹਰਗੋਬਿੰਦ ਸਾਹਿਬ, ਉਹਦੇ ਪਾਪ ਦੂਰ ਹੋਣਗੇ ਜੀ। ਹਾਂ, ਮਹਾਰਾਜ ਜੀ ਦੇ ਨਾਮ ਲਿਆ ਪਾਪ ਦੂਰ ਹੁੰਦੇ। ਫਿਰ ਗੱਜ ਕੇ ਕਹੋ ਸਾਰੇ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਹਾਂਜੀ, ਤਬ ਰਾਮੋ ਪਿਖ ਤੂਰਨ ਤਰਨੀ, ਲੇਕਰ ਸੰਗ ਆਈ ਗੁਰ ਘਰਨੀ। ਫਿਰ ਬੀਬੀ ਰਾਮੋ ਜੀ ਬੜੇ ਸਿਆਣੇ ਜੀ, ਉਸੇ ਵੇਲੇ ਗਏ ਤੇ ਗੁਰੂ ਜੀ ਦੇ ਮਹਿਲ ਜੀ ਨੂੰ ਲੈ ਕੇ ਆਏ ਜੀ, ਸਤਿਗੁਰੂ ਜੀ ਦੀਆਂ ਪਤਨੀਆਂ ਨੂੰ ਲੈ ਕੇ ਆਏ ਜੀ। ਹਾਂਜੀ, ਦੋਨੋਂ ਹਾਥ ਜੋੜ ਕਰ ਬੰਦਤ। ਮਾਤਾ ਜੀ ਮਾਤਾ ਦਮੋਦਰੀ ਜੀ ਤੇ ਮਾਤਾ ਜੀ ਮਾਤਾ ਨਾਨਕੀ ਸਾਹਿਬ ਜੀ, ਦੋਵਾਂ ਨੇ ਹੱਥ ਜੋੜ ਕੇ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ ਹੈ। ਪਤ ਕੋ ਦਰਸ਼ਨ ਕਰ ਅਭਿਨੰਦਨ। ਤੇ ਮਹਾਰਾਜ ਜੀ ਦੇ ਦਰਸ਼ਨ ਕਰਕੇ ਬਹੁਤ ਆਨੰਦ ਵਿੱਚ ਹੋ ਗਈਆਂ ਜੀ। ਹਾਂਜੀ, ਕੁਸ਼ਲ ਬੂਝ ਕਰ ਧੀਰਜ ਦੀਨ। ਗੁਰੂ ਸਾਹਿਬ ਨੇ ਰਾਜੀ ਖੁਸ਼ੀ ਪੁੱਛੀ ਵੀ ਠੀਕ ਹੋ? ਹਾਂਜੀ, ਪੁੰਨ ਆਹਾਰ ਕੀ ਤਿਆਰੀ ਕੀਨ। ਤੇ ਧੀਰਜ ਦਿੱਤਾ ਤੇ ਫਿਰ ਪ੍ਰਸ਼ਾਦੇ ਦੀ ਤਿਆਰੀ ਹੋਈ ਜੀ। ਪ੍ਰਸ਼ਾਦਾ ਛਕਾਉਣ ਦੀ ਵੀ ਜੁਗਤ ਹੁੰਦੀ ਜੇ। ਹਾਂਜੀ, ਪ੍ਰਸ਼ਾਦਾ ਛਕਾਉਣ ਦੀ ਜੁਗਤ ਹੁੰਦੀ ਹੈ ਜੀ। ਹੁਣ ਬਾਬਾ ਸਾਈਂ ਦਾਸ ਜੀ ਤੇ ਬੀਬੀ ਰਾਮੋ ਜੀ ਪ੍ਰੇਮ 'ਚ ਭਰੇ ਹੀ ਪਏ ਨੇ ਜੀ। ਪਿਆਰ ਤੇ ਡੁੱਲ ਡੁੱਲ ਕੇ ਪੈਂਦਾ ਜੀ ਉਹਨਾਂ ਦੇ ਅੰਦਰੋਂ। ਹੁਣ ਸੁਣਿਓ ਉਹ ਕਿਸ ਤਰੀਕੇ ਨਾਲ ਪ੍ਰਸ਼ਾਦਾ ਛਕਾਉਂਦੇ ਗੁਰੂ ਜੀ ਨੂੰ। ਹਾਂਜੀ, ਅਨੇਕ ਪ੍ਰਕਾਰ ਮਧੁਰ ਕਰ ਧਰੇ। ਹਾਂਜੀ, ਤੁਰਸ਼ ਸਲਵਣ ਸਵਾਦ ਸੋ ਭਰੇ। ਅਨੇਕ ਪ੍ਰਕਾਰ ਮਧੁਰ ਕਰ ਧਰੇ, ਬੜੇ ਤਰ੍ਹਾਂ ਦੇ ਮਿੱਠੇ ਪਦਾਰਥ ਬਣਾਏ ਹੋਏ ਹੈਗੇ ਜੀ। ਤੁਰਸ਼ ਸਲਵਣ ਸਵਾਦ ਸੋ ਭਰੇ, ਤੇ ਕੁਝ ਫਿਰ ਲੂਣ ਵਾਲੇ ਵੀ ਪਦਾਰਥ ਬਣਾਏ ਸੀ, ਕੁਝ ਖੱਟੇ ਪਦਾਰਥ ਵੀ ਬਣਾਏ ਸੀਗੇ ਜੀ। ਹਾਂਜੀ, ਰਾਮੋ ਨਿਜ ਕਰ ਸੋ ਗੁਰ ਕਾਰਨ। ਤੇ ਬੇਬੇ ਰਾਮੋ ਜੀ ਨੇ ਨਾ ਜੀ ਆਪਣੇ ਹੱਥਾਂ ਨਾਲ ਸਾਰਾ ਕੁਝ ਤਿਆਰ ਕੀਤਾ ਸੀਗਾ ਜੀ। ਆਪਣੇ ਹੱਥਾਂ ਨਾਲ। ਸਮੇਂ ਦੇ ਨਾਲ ਸੰਗਤ ਜੀ ਬਹੁਤ ਕੁਝ ਬਦਲ ਗਿਆ, ਕੀ ਕਰੀਏ, ਉਹੋ ਜਿਹਾ ਮਾਹੌਲ ਨਹੀਂ ਰਿਹਾ ਜੀ। ਹਾਂਜੀ, ਹੁਣ ਤੇ ਸਿੱਧਾ ਜਿਹਾ ਕੰਮ ਹੈਗਾ ਜੀ, ਘਰ ਹਲਵਾਈ ਲਾ ਲਓ ਤੇ ਹਲਵਾਈ ਗੁਰੂ ਜੀ ਨੂੰ ਭੋਜਨ ਬਣਾ ਦੇਣ ਜੀ, ਉਹਦਾ ਹੀ ਭੋਗ ਲਵਾ ਲੈਣ ਜੀ। ਹਾਂਜੀ, ਉਹ ਨਾਲੇ ਦੇ ਕੰਢੇ ਤੇ ਹਲਵਾਈ ਲਾਏ ਜੀ, ਤੇ ਤੁਹਾਨੂੰ ਪਤਾ ਨਾਲੇ ਦੇ ਕੰਢੇ ਤੇ ਫਿਰ ਬਦਬੂ ਬੜੀ ਆਉਂਦੀ ਜੀ। ਨਾਲੇ ਦੇ ਕੰਢੇ ਤੇ ਲਾਏ ਹਲਵਾਈ, ਤੇ ਹਲਵਾਈ ਵੀ ਕੋਈ ਬੀੜੀ ਪੀਂਦੇ ਆ ਤੇ ਕੋਈ ਕੁਝ ਕਰਨ ਦਿਆ ਜੀ। ਹਾਂਜੀ, ਤੇ ਥਾਲ 'ਚ ਪਾਇਆ ਉਹਨਾਂ ਨੇ ਪ੍ਰਸ਼ਾਦਾ, ਤੇ ਇੱਕ ਸਿੰਘ ਫੜ ਕੇ ਲੈ ਕੇ ਚੱਲਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਭੋਗ ਲਵਾਉਣਾ, ਤੇ ਉੱਥੇ ਪਹੁੰਚ ਗਿਆ ਨਿਹੰਗ ਸਿੰਘ ਜੀ। ਉਹ ਕਹਿੰਦਾ ਵੀ ਬਰਸ਼ਾ ਮਾਰ ਦੂੰ ਢਿੱਡ 'ਚ ਜਿੰਨੇ ਇਹ ਪ੍ਰਸ਼ਾਦਾ ਲੈ ਕੇ ਗਏ ਮਹਾਰਾਜ ਅੱਗੇ ਜੀ। ਹੈਂ, ਇਹ ਗੁਰੂ ਸਾਹਿਬ ਦੇ ਛਕਣਯੋਗ ਹੈਗਾ ਪ੍ਰਸ਼ਾਦਾ। ਹਾਂਜੀ, ਵੱਡੀ ਭਾਵਨਾ ਰੱਖਣੀ ਆਪਾਂ ਸਾਰਿਆਂ ਨੇ। ਬੇਬੀ ਰਾਮੋ ਜੀ ਨੇ ਬੜੀ ਸੁਚਮਤਾ ਨਾਲ, ਬੜੀ ਮਰਿਆਦਾ ਦੇ ਨਾਲ ਬਾਣੀ ਪੜ੍ਹਦਿਆਂ ਹੋਇਆਂ ਆਪਣੇ ਹੱਥੀਂ ਪ੍ਰਸ਼ਾਦਾ ਤਿਆਰ ਕੀਤਾ ਸਾਰਾ ਜੀ। ਹਾਂਜੀ, ਭਾਂਤ ਭਾਂਤ ਕੇ ਰਚੇ ਆਹਾਰਨ। ਫਿਰ ਆਪਣੇ ਹੱਥਾਂ ਨਾਲ ਕਈ ਤਰ੍ਹਾਂ ਦੇ ਸੰਗਤ ਜੀ ਬਣਾਏ ਜੀ, ਉਹਨਾਂ ਨੇ ਪਦਾਰਥ ਕਈ ਤਰ੍ਹਾਂ ਦੇ ਬਣਾਏ ਆ। ਹਾਂਜੀ, ਥਾਰ ਪਰੋਸਿਓ ਪ੍ਰੇਮ ਸੋ ਕਰ ਕਰ। ਤੇ ਬੜੇ ਪ੍ਰੇਮ ਨਾਲ ਵੱਡਾ ਥਾਲਾ ਪਰੋਸਿਆ, ਉਹਦੇ 'ਚ ਕੌਲੀਆਂ ਰੱਖੀਆਂ, ਵਿੱਚ ਸਬਜ਼ੀਆਂ ਪਾਈਆਂ ਜੀ। ਹੁਣ ਬੜੇ ਧਿਆਨ ਨਾਲ ਸੁਣਿਓ ਸੰਗਤ ਜੀ, ਗੁਰੂ ਜੀ ਨੇ ਤੁਹਾਨੂੰ ਬੜੀ ਮਾਇਆ ਦਿੱਤੀ, ਕਮੀ ਨਹੀਂ ਹੈਗੀ ਸਾਡੇ ਕੋਲ ਕਿਸੇ ਗੱਲ ਦੀ ਜੀ। ਜਦੋਂ ਘਰ 'ਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆਵੇ, ਆਪਾਂ ਕੀ ਕਰਦੇ ਜੀ, ਜਿਹੜੇ ਚਮਚੇ ਨਾਲ ਅਸੀਂ ਦਾਲ ਸਬਜ਼ੀ ਖਾਂਦੇ ਉਹ ਚਮਚਾ ਹੀ ਮਹਾਰਾਜ ਨੂੰ ਦੇਣੇ ਵੀ ਤੁਸੀਂ ਵੀ ਇਹਦੇ 'ਚ ਹੀ ਖਾਓ। ਜਿਹੜੇ ਗਲਾਸ ਨਾਲ ਅਸੀਂ ਪਾਣੀ ਪੀਂਦੇ ਉਹ ਪਾਣੀ ਦਾ ਗਲਾਸ ਮਹਾਰਾਜ ਅੱਗੇ ਰੱਖ ਦਿੰਦੇ। ਕੋਸ਼ਿਸ਼ ਕਰਿਆ ਕਰੋ ਨਵੇਂ ਬਰਤਨ ਲੈ ਕੇ ਆਓ ਮਹਾਰਾਜ ਵਾਸਤੇ ਜੀ। ਗੱਜ ਕੇ ਆਖੋ ਵਾਹਿਗੁਰੂ। ਨਵੇਂ ਬਰਤਨ ਮਹਾਰਾਜ ਵਾਸਤੇ ਲੈ ਕੇ ਆਓ।
ਉਹਨਾਂ ਬਰਤਨਾਂ 'ਚ ਮਹਾਰਾਜ ਜੀ ਦਾ ਪ੍ਰਸ਼ਾਦਾ ਮਹਾਰਾਜ ਜੀ ਦੇ ਅੱਗੇ ਭੇਟ ਕਰੋ ਜੀ। ਕਿੰਨੇ ਕਿਤੇ ਆ ਜਾਣਗੇ ਨਵੇਂ ਭਾਂਡੇ ਜੀ। ਹਾਂਜੀ, ਇਹ ਕਿਤੇ ਲੱਖਾਂ ਦੇ ਆਉਣੇ ਜੀ। ਹਾਂਜੀ, ਨਵੇਂ ਬਰਤਨ ਲਿਆਓ, ਨਵੀਆਂ ਥਾਲੀਆਂ, ਨਵੇਂ ਗਲਾਸ ਲਿਆਓ, ਉਹਨਾਂ 'ਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਸ਼ਾਦਾ ਛਕਾਓ ਜੀ। ਬਹੁਤ ਪ੍ਰੇਮ ਨਾਲ ਰਾਮੋ ਜੀ ਨੇ ਥਾਲ ਪਰੋਸਿਆ ਜੀ। ਹਾਂਜੀ, ਪ੍ਰਿਥਕ ਪ੍ਰਿਥਕ ਸਭ ਰਸ ਕੋ ਧਰ ਧਰ। ਮਿੱਠੀਆਂ ਚੀਜ਼ਾਂ, ਖੱਟੀਆਂ ਚੀਜ਼ਾਂ, ਲੂਣੀਆਂ ਚੀਜ਼ਾਂ, ਹਰ ਤਰ੍ਹਾਂ ਦੀ ਚੀਜ਼ ਉੱਥੇ ਰੱਖੀ ਜੀ ਫਿਰ ਥਾਲ ਵਿੱਚ ਜੀ। ਹਾਂਜੀ, ਲੇਕਰ ਗਈ ਆਪ ਹਰ ਖੰਤੀ। ਤੇ ਉਹ ਸਭ ਕੁਝ ਸਜਾ ਕੇ ਨਾ ਜੀ ਉਸ ਪ੍ਰਸ਼ਾਦੇ ਨੂੰ ਫਿਰ ਢੱਕਿਆ ਜੀ ਉੱਤੋਂ ਥਾਲ ਨੂੰ ਜੀ। ਤੇ ਬਹੁਤ ਖੁਸ਼ੀ ਨਾਲ ਆਪਣਾ ਵੀ ਮੁੱਖ ਢੱਕ ਕੇ ਬੀਬੀ ਰਾਮੋ ਜੀ ਸਤਿਗੁਰੂ ਜੀ ਦੇ ਸਾਹਮਣੇ ਗਏ ਜੀ ਥਾਲ ਲੈ ਕੇ ਜੀ। ਹਾਂਜੀ, ਆਪਨ ਸਰੀਰ ਅਮੋਘ ਕਰੰਤੀ। ਤੇ ਆਪਣੇ ਸਰੀਰ ਨੂੰ ਸਫਲਾ ਕਰ ਰਹੇ ਜੀ। ਸਫਲ ਦੇ ਨਾਨਕ ਹਰ ਹਰ ਨਾਮ ਲਏ। ਸੇਵਾ ਕੀਤਿਆਂ ਸਰੀਰ ਸਫਲਾ ਹੁੰਦਾ ਸਾਧ ਸੰਗਤ ਜੀ। ਹਾਂਜੀ, ਸਾਈਂ ਦਾਸ ਸੰਗ ਜਿਹ ਸਾਈ। ਤੇ ਬਾਬਾ ਸਾਈਂ ਦਾਸ ਜੀ ਵੀ ਬੀਬੀ ਰਾਮੋ ਜੀ ਦੇ ਨਾਲ ਹੀ ਨੇ ਜੀ। ਹਾਂਜੀ, ਜਲ ਸੀਤਲ ਨਿਜ ਹੱਥ ਉਚਾਈ। ਤੇ ਉਹਨਾਂ ਨੇ ਨਾ ਜੀ ਆਪਣੇ ਹੱਥ ਵਿੱਚ ਉੱਚਾ ਕਰਕੇ ਠੰਡਾ ਜਲ ਲਿਆ ਜੀ ਮਹਾਰਾਜ ਜੀ ਨੂੰ ਛਕਾਉਣ ਵਾਸਤੇ। ਹਾਂਜੀ, ਆਨ ਥਾਰ ਕੋ ਧਰਿਓ ਅਗਾਰੀ। ਤੇ ਬਹੁਤ ਪ੍ਰੇਮ ਨਾਲ ਥਾਲ ਅੱਗੇ ਰੱਖਿਆ ਸੱਚੇ ਪਾਤਸ਼ਾਹ ਜੀ ਦੇ। ਹਾਂਜੀ, ਪਿਖਤ ਨਾ ਤ੍ਰਿਪਤ ਹੈ ਪ੍ਰੀਤ ਉਦਾਰੀ। ਆਖੋ ਵਾਹਿਗੁਰੂ। ਤੇ ਦੋਵੇਂ ਜੀ ਮਹਾਰਾਜ ਦੇ ਦਰਸ਼ਨ ਕਰਨ ਲੱਗੇ ਤੇ ਦਰਸ਼ਨ ਕਰਦਿਆਂ ਰੱਜਦੇ ਹੀ ਨਹੀਂ ਸੰਗਤ ਜੀ। ਇੰਨੀ ਭਾਵਨਾ ਦੇ ਨਾਲ ਸਤਿਗੁਰੂ ਜੀ ਦੇ ਦਰਸ਼ਨ ਕਰ ਰਹੇ ਨੇ। ਵੇਖ ਲਓ, ਪ੍ਰਸ਼ਾਦਾ ਤੇ ਅਸੀਂ ਵੀ ਛਕਾਉਂਦੇ ਜੀ ਜਦੋਂ ਮਹਾਰਾਜ ਘਰ ਹੁੰਦੇ, ਥਾਲ 'ਚ ਭੋਗ ਲਵਾਉਂਦੇ ਮਹਾਰਾਜ ਨੂੰ, ਪਰ ਮਰਿਆਦਾ ਨਹੀਂ ਸਾਡੀ ਕੋਈ ਹੁੰਦੀ ਜੀ। ਜੋ ਆਪਾਂ ਸੁਣ ਰਹੇ ਹਾਂ ਨਾ ਜੀ, ਇਹਨੂੰ ਅਪਣਾਉਣ ਲੱਗ ਜਾਈਏ ਤੇ ਸਾਡੇ ਅੰਦਰ ਵੀ ਸਾਈਂ ਦਾਸ ਜੀ ਵਰਗਾ ਪਿਆਰ ਆ ਜਾਣਾ ਜੀ। ਯਤਨ ਤੇ ਕਰੀਏ। ਜੇ ਹਿਰਦਾ ਨਹੀਂ ਉਹੋ ਜਿਹਾ ਬਣ ਸਕਦਾ, ਬਾਹਰੋਂ ਤੇ ਉਹੋ ਜਿਹੇ ਕਰਮ ਕਰੀਏ ਜੀ। ਹਾਂਜੀ, ਪਤ ਬਿਜਨਾ ਗਹਿ ਹਾਂਕਤ ਬਾਯੂ। ਮੰਦ ਮੰਦ ਗੁਰ ਲੇਹ ਅਗਾਯੂ। ਤੇ ਸਾਧ ਸੰਗਤ ਜੀ ਗਰਮੀ ਦੀ ਰੁੱਤ ਹੈ ਤੇ ਬੀਬੀ ਰਾਮੋ ਜੀ ਪੱਖਾ ਝੱਲਣ ਲੱਗੇ ਜੀ। ਫਿਰ ਪੰਕਤੀ ਪੜਿਓ। ਪਤ ਬਿਜਨਾ ਗਹਿ ਹਾਂਕਤ ਬਾਯੂ। ਮੰਦ ਮੰਦ ਗੁਰ ਦੇਹ ਲਗਾਯੂ। ਤੇ ਵਾਹਿਗੁਰੂ ਪਤ ਬੀਬੀ ਰਾਮੋ ਜੀ ਤੇ ਲਾਗੇ ਖਲੋਗੇ ਜੀ ਤੇ ਸਾਈਂ ਦਾਸ ਜੀ ਪੱਖਾ ਝੱਲਣ ਲੱਗੇ ਜੀ। ਤੇ ਮੰਦ ਮੰਦ ਗੁਰ ਦੇਹ ਲਗਾਇਓ। ਹੁਣ ਇਹ ਵੀ ਬੜੀ ਸਿਆਣੀ ਗੱਲ ਜੇ। ਭਲਾ ਕਿਹੜੀ ਜੀ? ਪੱਖਾ ਝੱਲਣ ਦੀ ਵੀ ਜਾਚ ਹੋਣੀ ਚਾਹੀਦੀ ਹੈ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਆਪਾਂ ਬਾਬਾ ਸਾਈਂ ਦਾਸ ਜੀ ਕੋਲੋਂ ਸਿੱਖਣਾ ਜੀ। ਮਹਾਰਾਜ ਬੈਠੇ, ਉਹ ਪੱਖਾ ਝੱਲ ਰਹੇ ਤੇ ਮਹਾਰਾਜ ਹੁਣ ਪ੍ਰਸ਼ਾਦਾ ਛਕ ਰਹੇ ਤੇ ਬਹੁਤ ਤੇਜ਼ੀ ਨਾਲ ਕੋਈ ਪੱਖਾ ਝੱਲੇਗਾ ਤੇ ਗੱਲ ਨਹੀਂ ਬਣੇਗੀ ਜੀ। ਹਾਂਜੀ, ਉਹ ਫਿਰ ਨਾ ਜੀ ਹੌਲੀ ਹੌਲੀ ਪੱਖਾ ਚੱਲ ਰਹੇ ਹੈ ਜੀ। ਹੌਲੀ ਹੌਲੀ ਪਿਆਰ ਨਾਲ ਪੱਖਾ ਚੱਲ ਰਹੇ ਹੈ ਵੀ ਠੀਕ ਹਵਾ ਮਹਾਰਾਜ ਦੇ ਸਰੀਰ ਨੂੰ ਲੱਗੇ। ਹਵਾ ਵੀ ਬਹੁਤੀ ਸਰੀਰ ਨੂੰ ਲੱਗੇ ਤੇ ਕੰਮ ਖਰਾਬ ਹੁੰਦਾ ਹੈ ਜੀ। ਹਵਾ ਹਿਸਾਬ ਦੀ ਸਰੀਰ ਨੂੰ ਲੱਗਣੀ ਚਾਹੀਦੀ ਹੈ ਜੀ। ਮੰਦ ਮੰਦ ਗੁਰ ਦੇਹ ਲਗਾਇਓ। ਹੌਲੀ 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 ਪੱਖਾ ਚੱਲਦੇ ਆ। ਇਹ ਸੇਵਾਵਾਂ ਸਨ ਸਾਰੀਆਂ। ਇਹ ਸੇਵਾਵਾਂ ਕਰਕੇ ਬੜੇ ਪੁੰਨ ਵੱਧਦੇ ਜੀ ਬੰਦੇ ਦੇ ਜੀ। ਹਾਂਜੀ, ਤ੍ਰਿਆ ਹੱਥ ਮੈਂ ਧਰੇ ਰੁਮਾਲ। ਫੇਰ ਥਾਰ ਪਰ ਥਿਰ ਤਿਸਕਾਲ। ਸਾਧ ਸੰਗਤ ਜੀ ਬੀਬੀ ਰਾਮੋ ਜੀ ਨੇ ਹੱਥ 'ਚ ਰੁਮਾਲ ਫੜਿਆ ਹੋਇਆ ਜੀ। ਹਾਂਜੀ, ਇਮ ਦੰਪਤ ਉਰ ਭਾਉ ਸੋ ਧਰ ਧਰ। ਇਸ ਤਰੀਕੇ ਨਾਲ ਦੋਵਾਂ ਜੀਆਂ ਨੇ ਬਹੁਤੀ ਭਾਵਨਾ ਧਾਰਨ ਕੀਤੀ ਹੋਈ ਜੀ। ਬਹੁਤੀ ਭਾਵਨਾ, ਬਹੁਤਾ ਪ੍ਰੇਮ ਧਾਰਨ ਕੀਤਾ। ਅਚਵਾਵਤ ਭੋਜਨ ਹਿਤ ਕਰ ਕਰ। ਤੇ ਬੜੇ ਪ੍ਰੇਮ ਨਾਲ ਮਹਾਰਾਜ ਜੀ ਨੂੰ ਪ੍ਰਸ਼ਾਦਾ ਛਕਾ ਰਹੇ ਹੈ ਜੀ। ਹਾਂਜੀ, ਕਈ ਲੋਕ ਪ੍ਰਸ਼ਾਦਾ ਛਕਾਉਂਦੇ ਰੂਹ ਖੁਸ਼ ਹੋ ਜਾਂਦੀ ਜੀ। ਹਾਂਜੀ, ਤੇ ਕਈਆਂ ਦਾ ਫਿਰ ਤੁਹਾਨੂੰ ਪਤਾ ਹੀ ਹੈ ਜੀ। ਇਹੋ ਤਾਂ ਸੇਵਾ ਹੈਗੀ ਜੀ। ਹਾਂਜੀ, ਸਨੈ ਸਨੈ ਬਾਤਨ ਬਤਰਾਵਤ। ਤੇ ਪ੍ਰਸ਼ਾਦਾ ਛਕਦੇ ਛਕਦੇ ਹੌਲੀ ਹੌਲੀ ਬਚਨ ਕਰਦੇ, ਹੌਲੀ ਹੌਲੀ ਜੀ। ਹਾਂਜੀ, ਉਹ ਇਹ ਵੀ ਬੜਾ ਤਰੀਕਾ ਤੇ ਗੁਰੂ ਜੀ ਦੀ ਹਾਜ਼ਰੀ 'ਚ ਕਿਵੇਂ ਤੁਰਨਾ ਫਿਰਨਾ ਨਾ ਜੀ, ਇਹ ਵੀ ਸੰਜਮ ਹੋਣਾ ਚਾਹੀਦਾ। ਅਸੀਂ ਕੱਲ ਪਰਸੋਂ ਨਾ ਜੀ ਕਿਸੇ ਗੁਰੂ ਘਰ ਕਥਾ ਕਰਨ ਗਏ ਜੀ। ਤੋ ਜਿਸ ਸਿੰਘ ਨੇ ਸਾਨੂੰ ਸੱਦਿਆ ਸੀ, ਹੁਣ ਤੁਹਾਨੂੰ ਪਤਾ ਜ਼ਿੰਮੇਵਾਰੀ ਹੁੰਦੀ ਹੈ। ਹੋਰ ਵੀ ਰਾਗੀ ਜੱਥੇ ਸੱਦੇ ਸੀਗੇ। ਮਹਾਰਾਜ ਦੀ ਹਜ਼ੂਰੀ 'ਚ ਉਹਨੂੰ ਫੋਨ ਆ ਰਿਹਾ ਸੀ
ਪਹਿਲੀ ਗੱਲ ਵੀ ਹਜ਼ੂਰੀ 'ਚ ਫੋਨ ਸੁਣਨਾ ਨਹੀਂ, ਤੇ ਜੇ ਸੁਣਿਆ ਵੀ ਤੇ ਹੌਲੀ ਹੌਲੀ ਸੁਣੋ। ਹਾਂਜੀ, ਕਿਸੇ ਦੂਜੇ ਨੂੰ ਪਤਾ ਨਾ ਲੱਗੇ। ਤੇ ਕਥਾ ਦੀ ਆਵਾਜ਼ ਘੱਟ ਤੇ ਉਹਦੀਆਂ ਫੋਨ ਦੀਆਂ ਗੱਲਾਂ ਜ਼ਿਆਦੀਆਂ ਸੁਣਨ ਦੀ ਸਾਰਿਆਂ ਨੂੰ ਜੀ। ਹਾਂਜੀ, ਹੁਣ ਇੰਨੀ ਵੀ ਜੁਗਤੀ ਨਹੀਂ ਹੈਗੀ ਜੀ ਬੰਦੇ ਨੂੰ, ਤੇ ਕਿਵੇਂ ਗੱਲ ਬਣੇਗੀ ਜੀ। ਹੌਲੀ ਹੌਲੀ ਬਚਨ ਵਿਲਾਸ ਵੀ ਕਰਦੇ ਆ ਜੀ। ਹਾਂਜੀ, ਇਹ ਸਵਾਦਲ ਕਹਿ ਹੈ ਖਵਾਵਤ। ਤੇ ਬਚਨ ਕੀ ਕਰਦੇ? ਸੱਚੇ ਪਾਤਸ਼ਾਹ ਖੀਰ ਬੜੀ ਸਵਾਦ ਜੇ ਮਹਾਰਾਜ। ਮਹਾਰਾਜ ਆ ਤੇ ਛਕਣੀ ਵਾਲੀ ਸੱਚੇ ਪਾਤਸ਼ਾਹ। ਮਹਾਰਾਜ ਆ ਸਬਜ਼ਾ ਤੇ ਬਹੁਤਾ ਹੀ ਸਵਾਦ ਬਣਿਆ। ਮਹਾਰਾਜ ਗਰੀਬ ਨਵਾਜ ਆ ਵੀ ਛਕੋ, ਸੱਚੇ ਪਾਤਸ਼ਾਹ ਆ ਵੀ ਛਕੋ। ਬੇਨਤੀਆਂ ਕਰ ਕਰਕੇ ਪ੍ਰਸ਼ਾਦਾ ਛਕਾ ਰਹੇ ਨੇ ਜੀ। ਹਾਂਜੀ, ਅਤ ਪ੍ਰਸੰਨ ਭਿਖ ਕਰ ਗੁਰ ਹੋਏ। ਤੇ ਜਦੋਂ ਮਹਾਰਾਜ ਦੋਵਾਂ ਜੀਆਂ ਦਾ ਪਿਆਰ ਵੇਖਣ ਨਾ ਜੀ, ਤੇ ਗੁਰੂ ਹਰਗੋਬਿੰਦ ਸਾਹਿਬ ਬਹੁਤੇ ਹੀ ਖੁਸ਼ ਹੋਏ ਜੀ। ਫਿਰ ਜੀ ਆਖੋ ਸਾਰੇ ਵਾਹਿਗੁਰੂ ਵਾਹਿਗੁਰੂ। ਇੰਨਾ ਪਿਆਰ ਇਹਨਾਂ ਦੇ ਅੰਦਰ, ਇੰਨਾ ਜ਼ਿਆਦਾ ਪਿਆਰ। ਰਿਸ਼ਤੇਦਾਰੀ 'ਚ ਵੱਡੇ ਨੇ ਜੀ, ਪਰ ਬਣ ਕੇ ਛੋਟੇ ਖਲੋਤੇ ਜੀ। ਹਾਂਜੀ, ਪ੍ਰੇਮੀ ਮਹਾ ਜਾਨ ਕਰ ਦੋਏ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਵੇਖਿਆ ਵੀ ਇਹ ਤਾਂ ਬਹੁਤੇ ਹੀ ਵੱਡੇ ਪ੍ਰੇਮੀ ਨੇ, ਬਹੁਤੇ ਹੀ ਵੱਡੇ ਪ੍ਰੇਮੀ ਨੇ। ਸੰਗਤ ਜੀ ਇਹੋ ਜਿਹਾ ਪਿਆਰ ਵੀ ਵਿਰਲਿਆਂ ਦੇ ਅੰਦਰ ਹੀ ਹੁੰਦਾ ਜੀ, ਵਿਰਲਿਆਂ ਦੇ ਅੰਦਰ ਜੀ। ਹਾਂਜੀ, ਸੰਬੰਧੀ ਹੈ ਗੁਰੂ ਹਮਾਰੇ, ਇਹ ਨਿਸ਼ਚੈ ਉਰ ਤੇ ਨਿਰਵਾਰੇ। ਤੇ ਮਹਾਰਾਜ ਨਾਲੇ ਤੇ ਪ੍ਰਸ਼ਾਦਾ ਛਕ ਰਹੇ ਆ, ਤੇ ਪ੍ਰਸ਼ਾਦਾ ਛਕਦਿਆਂ ਛਕਦਿਆਂ ਹੀ ਮਹਾਰਾਜ ਵਿਚਾਰ ਕਰਨ ਕਿ ਸਾਈਂ ਦਾਸ ਤੇ ਰਾਮੋ ਨੇ ਤੇ ਇਹ ਗੱਲ ਆਪਣੇ ਮਨ ਚੋਂ ਕੱਢ ਹੀ ਦਿੱਤੀ ਹੈ ਵੀ ਗੁਰੂ ਜੀ ਸਾਡੇ ਰਿਸ਼ਤੇਦਾਰ ਨੇ। ਇਹਨਾਂ ਨੇ ਤਾਂ ਪ੍ਰੇਮ ਵਾਲਾ ਹੀ ਰਿਸ਼ਤਾ ਰੱਖਿਆ, ਸਿੱਖ ਵਾਲਾ ਹੀ ਰਿਸ਼ਤਾ ਰੱਖਿਆ। ਹਾਂਜੀ, ਪ੍ਰਭੂ ਲਖਿਓ ਸਭ ਜਗ ਕੇ ਸੁਆਮੀ। ਇਹਨਾਂ ਨੇ ਮਹਾਰਾਜ ਨੂੰ ਕੀ ਸਮਝਿਆ ਕਿ ਸੱਚੇ ਪਾਤਸ਼ਾਹ ਹੀ ਸਾਡੇ ਰੱਬ ਨੇ, ਇਹੋ ਹੀ ਸਾਰੇ ਜਗਤ ਦੇ ਮਾਲਕ ਨੇ। ਹਾਂਜੀ, ਆਇਓ ਹਮ ਹੈ ਉਦਾਹਰਨ ਕਾਮੀ। ਤੇ ਸਾਨੂੰ ਉਦਾਹਰਣ ਵਾਸਤੇ ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਆਏ ਹਨ। ਇਹ ਭਾਵਨਾ ਰੱਖ ਕੇ ਸੇਵਾ ਕਰ ਰਹੇ। ਤੇ ਚੇਤਾ ਰੱਖਿਓ, ਜਿਹੋ ਜੀ ਕੋਈ ਭਾਵਨਾ ਰੱਖ ਕੇ ਸੇਵਾ ਕਰਦਾ, ਗੁਰੂ ਜੀ ਨੂੰ ਤੇ ਪਤਾ ਲੱਗਦਾ ਹੀ ਹੈ ਜੀ। ਹੁਣ ਵੀ ਗੁਰੂ ਗ੍ਰੰਥ ਸਾਹਿਬ ਜੀ ਸਾਰਾ ਕੁਝ ਪਤਾ ਲੱਗ ਜਾਂਦਾ ਮਹਾਰਾਜ ਨੂੰ ਜੀ। ਉਹਨਾਂ ਰਿਸ਼ਤੇਦਾਰੀ ਦਾ ਮਾਣ ਛੱਡਿਆ ਜੀ ਸਾਰਾ ਜੀ, ਪ੍ਰੇਮ ਵਾਲੀ ਗੱਲ ਰੱਖੀ ਜੀ ਬਸ। ਹਾਂਜੀ, ਦੀਨ ਬੰਦ ਜਿਹ ਨਾਮ ਉਚਾਰੈ, ਬਸੀ ਪ੍ਰੇਮ ਕੇ ਸਕਲ ਵਿਚਾਰੈ। ਤੀਨ ਲੋਕ ਪਤ ਕੀ ਇਹ ਮੂਰਤ, ਸਿੱਖਨ ਬਤਸਲ ਸੁੰਦਰ ਸੂਰਤ। ਹੁਣ ਉਹ ਸਾਹਮਣੇ ਖਲੋਤੇ ਆ ਬਾਬਾ ਸਾਈਂ ਦਾਸ ਜੀ, ਹੌਲੀ ਹੌਲੀ ਪੱਖਾ ਚੱਲ ਰਹੇ ਆ। ਬੀਬੀ ਰਾਮੋ ਜੀ ਕਹਿ ਰਹੇ ਮਹਾਰਾਜ ਆ ਵੀ ਛਕੋ, ਆ ਵੀ ਛਕੋ। ਤੇ ਨਾਲੇ ਪਿਆਰ 'ਚ ਸੋਚਣ ਦੇ ਆ ਐਡੇ ਵੱਡੇ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ, ਆਪ ਰੱਬ ਪਰਮੇਸ਼ਰ ਸਾਡੇ ਗਰੀਬਾਂ ਦੇ ਘਰ ਆਏ ਆ। ਇਸੇ ਕਰਕੇ ਇਹਨਾਂ ਨੂੰ ਗਰੀਬ ਨਵਾਜ ਕਹਿੰਦੇ ਨੇ, ਇਸੇ ਕਰਕੇ ਗਰੀਬ ਨਵਾਜ ਕਹਿੰਦੇ ਆ। ਮਹਾਰਾਜ ਤਾਂ ਪ੍ਰੇਮ ਦੇ ਵਸ ਵਿੱਚ ਸੱਚੇ ਪਾਤਸ਼ਾਹ ਹੈਗੇ ਆ। ਜਿੰਨਾ ਕੋਈ ਪਿਆਰ ਕਰੀ ਜਾਏਗਾ ਓਨਾ ਹੀ ਗੁਰੂ ਜੀ ਦੀਆਂ ਖੁਸ਼ੀਆਂ ਲਈ ਜਾਏਗਾ ਜੀ। ਬੋਰ ਜਿੰਨਾ ਡੂੰਘਾ ਹੋਵੇ ਜੀ, ਪਾਣੀ ਓਨਾ ਵਧੀਆ ਨਿਕਲਦਾ ਜੀ, ਸ਼ੁੱਧ ਨਿਕਲਦਾ। ਇਸੇ ਤਰ੍ਹਾਂ ਅੰਦਰ ਦਾ ਪਿਆਰ ਜਿੰਨਾ ਡੂੰਘਾ, ਮੇਰਾ ਵੀ ਓਨੀਆਂ ਹੀ ਵਧੀਆ ਫਿਰ ਹੁੰਦੀਆਂ ਜੀ। ਹਾਂਜੀ, ਇਮ ਨਿਸ਼ਚੈ ਲਖ ਸ੍ਰੀ ਗੁਰ ਪੂਰੇ, ਭਏ ਪ੍ਰਸੰਨ ਚਰਿਤ ਜਿਨ ਬਰੂਰੇ। ਗਰੀਬ ਨਵਾਜ ਉਹਨਾਂ ਦੇ ਮਨ ਦੀ ਸਾਰੀ ਗੱਲ ਜਾਣ ਰਹੇ ਜੀ ਖਲੋਤੇ ਜੀ। ਤੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦਾ ਪਿਆਰ ਵੇਖ ਕੇ ਫਿਰ ਬਹੁਤੇ ਹੀ ਖੁਸ਼ ਹੋ ਰਹੇ ਆ। ਉਹਨਾਂ ਕੰਮ ਹੀ ਖੁਸ਼ ਕਰਨ ਵਾਲਾ ਕੀਤਾ ਜੀ। ਹਾਂਜੀ, ਅਪਰ ਕਾਮਨਾ ਜਿਨ ਕੈ ਨਾਹੀ, ਹਿਰਦਾ ਬਿਮਲ ਕਰ ਦੀਨਸ ਤਾਹੀ। ਵਾਹ ਜੀ ਵਾਹ, ਆਖੋ ਸਾਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਉਹ ਇੰਨੀ ਸੇਵਾ ਦੋਵੇਂ ਜਣੇ ਕਰ ਰਹੇ, ਦੋਵੇਂ ਜੀ। ਮੰਗ ਨਹੀਂ ਕੋਈ ਹੈਗੀ ਜੀ। ਬੰਦਾ ਸੇਵਾ ਥੋੜੀ ਕਰਦਾ ਤੇ ਮੰਗਾਂ ਢੇਰ ਹੁੰਦੀਆਂ ਜੀ। ਮਹਾਰਾਜ ਇਸੇ ਕਰਕੇ ਬਾਣੀ 'ਚ ਲਿਖਦੇ, ਸੇਵਾ ਥੋੜੀ ਮੰਗਣ ਬਹੁਤਾ, ਮੰਗਣ ਬਹੁਤਾ, ਮਹਿਲ ਨਾ ਪਾਵੈ ਕਹਿ ਤੋ ਬਹੁਤਾ। ਹਾਂਜੀ, ਸੇਵਾ ਥੋੜੀ ਤੇ ਮੰਗਾਂ ਬਹੁਤ ਜ਼ਿਆਦਾ ਜੀ। ਚਲੋ ਮੰਗਣਾ ਵੀ ਅਸੀਂ ਗੁਰੂ ਜੀ ਕੋਲੋਂ ਹੀ ਆ ਜੀ, ਪਰ ਗੁਰੂ ਜੀ ਨੇ ਵੇਖਿਆ ਵੀ ਸੇਵਾ ਤੇ ਬੜੀ ਕਰ ਰਹੇ ਤੇ ਮੰਗ ਨਹੀਂ ਇਹਨਾਂ ਦੀ ਕੋਈ ਹੈਗੀ ਸਾਡੇ ਪ੍ਰਤੀ।
ਇਹਨਾਂ ਦੇ ਮਨ 'ਚ ਮੰਗ ਨਹੀਂ ਹੈਗੀ। ਇਹ ਗੱਲ ਦੀ ਵਿਚਾਰ ਕਰਕੇ ਫਿਰ ਗੁਰੂ ਜੀ ਨੇ ਮਿਹਰ ਕੀਤੀ ਤੇ ਉਹਨਾਂ ਦਾ ਦੋਵਾਂ ਜੀਆਂ ਦਾ ਮਨ ਨਿਰਮਲ ਕਰ ਦਿੱਤਾ ਜੀ। ਆ ਹੁਣੇ ਮੈਨੂੰ ਇੱਕ ਸਿੰਘ ਪੁੱਛ ਰਿਹਾ ਸੀਗਾ ਜੀ, ਮਨ ਕਹਿੰਦੇ ਮਨ ਮੈਲਾ ਸਭ ਕੁਛ ਮੈਲਾ, ਜੇ ਮਨ ਮੈਲਾ ਤੇ ਸਾਰਾ ਕੁਝ ਹੀ ਮੈਲਾ ਹੈਗਾ ਜੀ। ਹਾਂਜੀ, ਤੇ ਮਨ ਕਿਵੇਂ ਸਾਫ਼ ਕਰੀਏ? ਸੰਗਤ ਜੀ, ਪਿਆਰ ਕਰਨਾ, ਨਾਮ ਜਪਣਾ ਇਸੇ ਕਰਕੇ ਕਰਨਾ ਵੀ ਸਾਡਾ ਮਨ ਨਿਰਮਲ ਹੋ ਜਾਵੇ। ਤੇ ਗੁਰੂ ਜੀ ਨੇ ਮਿਹਰ ਕਰਨੀ, ਜਦੋਂ ਵੇਖਿਆ ਮਹਾਰਾਜ ਨੇ ਕਰ ਦੇਣਾ ਜੀ। ਨਿਰਮਲ ਦਾ ਅਰਥ ਕੀ ਹੁੰਦਾ ਭਲਾ? ਨਿਰਮਲ, ਮਲ ਮੈਲ, ਨਿਰ ਬਿਨਾ, ਮੈਲ ਤੋਂ ਬਿਨਾ ਸਾਫ਼ ਜੀ। ਮਹਾਰਾਜ ਜੀ ਨੇ ਉਹਨਾਂ ਦਾ ਮਨ ਪਵਿੱਤਰ ਕਰ ਦਿੱਤਾ, ਮਨ ਸ਼ੁੱਧ ਕਰ ਦਿੱਤਾ ਸੱਚੇ ਪਾਤਸ਼ਾਹ ਜੀ ਨੇ। ਲੱਖ ਯਤਨ ਕਰੇ ਬੰਦਾ ਮੇਰਾ ਮਨ ਪਵਿੱਤਰ ਹੋ ਜਾਵੇ, ਮੇਰਾ ਮਨ ਸ਼ੁੱਧ ਹੋ ਜਾਵੇ। ਇਹ ਐਵੇਂ ਨਹੀਂ ਹੈਗੀਆਂ, ਯਤਨ ਨਹੀਂ ਹੁੰਦੇ ਜੀ ਇੱਥੇ ਯਤਨ ਕੋਸ਼ਿਸ਼ਾਂ ਨਹੀਂ ਚੱਲਣੀਆਂ, ਇੱਥੇ ਗੁਰੂ ਜੀ ਦੀ ਮਿਹਰ ਚੱਲਣੀ ਹੈ। ਪਰ ਮਿਹਰ ਪ੍ਰਾਪਤ ਕਰਨ ਲਈ ਯਤਨ ਕਰਨਾ ਜੀ, ਮਿਹਰ ਪ੍ਰਾਪਤ ਕਰਨ ਲਈ ਵੀ ਗੁਰੂ ਜੀ ਮਿਹਰ ਕਰਨ ਸਾਡੇ ਤੇ, ਕਿਰਪਾ ਕਰਨ ਮਹਾਰਾਜ। ਹਾਂਜੀ, ਰੁਚ ਕਰ ਭੋਜਨ ਤੇ ਤ੍ਰਿਪਤਾਏ, ਹਾਂਜੀ। ਜਲ ਸੀਤਲ ਪੀਵਤ ਹਰ ਖਾਏ। ਫਿਰ ਰੁਚੀ ਦੇ ਨਾਲ ਰੱਜ ਕੇ ਫਿਰ ਮਹਾਰਾਜ ਨੇ ਪ੍ਰਸ਼ਾਦਾ ਛਕਿਆ ਜੀ, ਰੱਜ ਕੇ। ਤੇ ਉੱਤੋਂ ਫਿਰ ਰੱਜ ਕੇ ਜਲ ਵੀ ਛਕਿਆ ਮਹਾਰਾਜ ਨੇ ਜੀ। ਚਲੋ ਹੁਣ ਕੰਮ ਕਾਰ ਨਹੀਂ ਨਾ ਹੈਗੇ ਤੇ ਡਾਕਟਰ ਕਹਿੰਦੇ ਪ੍ਰਸ਼ਾਦੇ ਨਾਲ ਪਾਣੀ ਨਾ ਪੀਵੋ, ਪਰ ਤੁਸੀਂ ਸੁਣ ਰਹੇ ਜੇ ਮਹਾਰਾਜ ਨੇ ਰੱਜ ਕੇ ਜਲ ਵੀ ਛਕਿਆ ਜੀ। ਕਿਉਂ? ਸਰੀਰ ਬੜੇ ਬਲਵਾਨ, ਸਭ ਕੁਝ ਪਚ ਜਾਂਦਾ ਜੀ। ਨਾਲੇ ਮਹਾਰਾਜ ਤਾਂ ਹੈ ਹੀ ਦੇਵ ਸਰੀਰ ਹੈ ਜੀ। ਹਾਂਜੀ, ਹਾਥ ਪਖਾਰਨ ਜਬ ਕਰ ਲੀਨ। ਤੇ ਫਿਰ ਬੀਬੀ ਰਾਮੋ ਜੀ ਹੋਣਾ ਹੱਥ ਧਵਾਏ ਜੀ। ਸਾਈਂ ਦਾਸ ਜੀ ਹੌਲੀ ਹੌਲੀ ਪੱਖਾ ਹੀ ਚੱਲ ਰਹੇ, ਉਹ ਪੱਖਾ ਚੱਲਣ ਦੀ ਸੇਵਾ ਕਰਨ ਦੇ। ਹਾਂਜੀ, ਪਹੁੰਚਨ ਹਿਤ ਰੁਮਾਲ ਤਬ ਦੀਨ। ਹੱਥ ਪੂੰਝਣ ਵਾਸਤੇ ਰੁਮਾਲ ਵੀ ਉਸੇ ਵੇਲੇ ਦਿੱਤਾ ਜੀ, ਰੁਮਾਲ ਵੀ ਉਸੇ ਵੇਲੇ ਦਿੱਤਾ ਜੀ। ਹਾਂਜੀ, ਕਰਿਓ ਬਚਨ ਔਰ ਭਾਓ ਜੋ ਹੇਰਾ। ਗਰੀਬ ਨਵਾਜ ਸੱਚੇ ਪਾਤਸ਼ਾਹ ਹੁਣ ਮਿਹਰਾਂ ਕਰਨ ਲੱਗੇ ਤੇ ਝੋਲੀਆਂ ਕਰ ਲਓ ਆਪਣੀਆਂ, ਕੀ ਪਤਾ ਸਾਡੇ ਤੇ ਵੀ ਮਿਹਰ ਹੋ ਜਾਏ ਜੀ। ਉਹਨਾਂ ਦਾ ਪਿਆਰ ਵੇਖ ਕੇ ਨਾ, ਪਿਆਰ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕੀਤਾ ਹੱਥ ਪੂੰਝ ਕੇ। ਹੁਣ ਵੇਖੋ ਨਾ ਜੀ, ਆਪਾਂ ਤੇ ਅਰਦਾਸ ਕਰਨੀ ਪ੍ਰਸ਼ਾਦਾ ਛਕ ਕੇ ਗੁਰੂ ਜੀ ਅੱਗੇ, ਤੇ ਗੁਰੂ ਸਾਹਿਬ ਤੇ ਆਪ ਹੀ ਰੱਬ ਨੇ ਜੀ। ਹੱਥ ਪੂੰਝ ਕੇ ਮਹਾਰਾਜ ਦੋਵਾਂ ਜੀਆਂ ਨੂੰ ਕਹਿਣ ਲੱਗੇ। ਹਾਂਜੀ, ਹੋਏ ਨਾ ਅਬ ਤੇ ਭਵ ਜਲ ਫੇਰਾ। ਹਾਂਜੀ, ਅਤ ਪ੍ਰਸੰਨ ਮੋ ਕਹੋ ਤੁਮ ਕੀਨਾ। ਇਸ ਕਾਰਨ ਤੇ ਗਤ ਬਰ ਦੀਨਾ। ਮਹਾਰਾਜ ਕਹਿੰਦੇ ਸਾਈਂ ਦਾਸ ਤੇ ਰਾਮੋ, ਤੁਸੀਂ ਸਾਨੂੰ ਬੜਾ ਹੀ ਖੁਸ਼ ਕਰਤਾ। ਕਹਿਣ ਲੱਗੇ ਤੁਹਾਡੀ ਸੇਵਾ, ਤੁਹਾਡੀ ਨਿਮਰਤਾ, ਤੁਸੀਂ ਸਾਨੂੰ ਪ੍ਰਸੰਨ ਕਰ ਦਿੱਤਾ। ਮਹਾਰਾਜ ਕਹਿਣ ਲੱਗੇ ਇਸ ਕਰਕੇ ਵਰ ਦਿੰਦੇ ਆ ਤੁਹਾਨੂੰ, ਅੱਜ ਤੋਂ ਬਾਅਦ ਜਨਮ ਮਰਨ ਨਹੀਂ ਹੋਏਗਾ ਤੁਹਾਡਾ। ਕਹਿਣ ਲੱਗੇ ਅੱਜ ਤੋਂ ਬਾਅਦ ਜਨਮ ਮਰਨ ਨਹੀਂ ਹੋਏਗਾ, ਤੁਸੀਂ ਦੋਵੇਂ ਜਣੇ ਮੁਕਤ ਹੋ ਗਏ। ਕਹਿਣ ਲੱਗੇ ਹਾਂਜੀ, ਵੇਖ ਲਓ ਸੇਵਾ ਵੇਖ ਕੇ ਕਿੱਡੀ ਵੱਡੀ ਬਖਸ਼ਿਸ਼ ਮਹਾਰਾਜ ਨੇ ਕੀਤੀ ਜੀ। ਆਮ ਬੰਦਾ ਨਹੀਂ ਏਡੀਆਂ ਏਡੀਆਂ ਵੱਡੀਆਂ ਬਖਸ਼ਿਸ਼ਾਂ ਕਰ ਸਕਦਾ, ਬੱਚਾ ਆਪਣੇ ਜਨਮ ਮਰਨ ਦਾ ਹੀ ਨਹੀਂ ਪਤਾ ਜੀ। ਬਾਣੀ ਵਿੱਚ ਅਰਦਾਸ ਲਿਖੀ, ਪ੍ਰਭ ਜਨਮ ਮਰਨ ਨਿਵਾਰ, ਹਾਰ ਭਰਿਓ ਦੁਆਰ। ਤੇ ਮਹਾਰਾਜ ਨੇ ਇੱਕ ਛਿੰਨ ਚ ਬਚਨ ਕਰਕੇ ਜਨਮ ਮਰਨ ਕੱਟ ਦਿੱਤਾ ਜੀ। ਹਾਂਜੀ, ਦੇਖਿਓ ਆਪਣੇ ਹਿਰਦੇ ਵਿਚਾਰ। ਭਰਮ ਮੋਹ ਕੇ ਮਿਟੇ ਕੀ ਵਾਰ। ਉਹਨਾਂ ਨੇ ਦੋਵਾਂ ਨੇ ਬੜੀ ਖੁਸ਼ੀ ਜ਼ਾਹਰ ਕੀਤੀ ਜੀ। ਤੇ 2 ਮਿੰਟ ਜਦੋਂ ਟਿਕੇ ਤੇ ਬਾਬਾ ਸਾਈਂ ਦਾਸ ਤੇ ਬੀਬੀ ਰਾਮੋ ਜੀ ਦੇ ਅੰਦਰ ਭਰਮ ਹੀ ਨਹੀਂ ਰਿਹਾ ਕਿਸੇ ਗੱਲ ਦਾ ਜੀ। ਹਾਂਜੀ, ਸਾਰੇ ਮੋਹ ਮਿਟ ਗਏ। ਮੋਹ ਬੜਾ ਵੱਡਾ ਵਕਾਰ, ਤੇ ਆ ਵੀ ਮੇਰਾ, ਆ ਵੀ ਮੇਰਾ, ਆ ਵੀ ਮੇਰਾ। ਤੇ ਆਪਾਂ ਆਮ ਜੇ ਬੰਦੇ ਹੈਗੇ ਆ, ਮੋਹ ਰਾਜਾ ਹੈਗਾ ਸਾਧ ਸੰਗਤ ਜੀ। ਮੋਹ ਰਾਜਾ ਚ ਵਕਾਰਾਂ ਦਾ। ਤੇ ਵੇਖੋ ਗੁਰੂ ਜੀ ਨੇ ਮਿਹਰ ਕੀਤੀ, ਉਹਨਾਂ ਨੂੰ ਇਉਂ ਮਹਿਸੂਸ ਹੋਇਆ ਵੀ ਮੋਹ ਤੇ ਸਾਡੇ ਅੰਦਰੋਂ ਨਿਕਲ ਹੀ ਗਿਆ। ਗਿਆਨ ਬ੍ਰਿਤੀ ਜਿਨ ਕੇ ਉਰ ਜਾਗੀ। ਤੇ ਗਿਆਨ ਵਾਲੀ ਅਵਸਥਾ ਬਣ ਗਈ ਜੀ ਉਹਨਾਂ ਦੀ ਜੀ। ਗਿਆਨ ਵਾਲੀ ਅਵਸਥਾ, ਬਹੁਤ ਵਧੀਆ ਅਵਸਥਾ ਉਹਨਾਂ ਦੀ ਬਣ ਗਈ ਜੀ। ਹਾਂਜੀ, ਰਾਗ ਦ્વੈ ਤਨ ਹੰਤਾ ਤਿਆਗੀ। ਰਾਗ ਪ੍ਰੇਮ ਕਰਨਾ ਜੀ। ਮੇਰਾ ਇਹਦੇ ਨਾਲ ਪ੍ਰੇਮ ਹੈਗਾ ਜੀ, ਨਾਲ ਵਾਲੇ ਨਾਲ ਈਰਖਾ ਜੀ। ਹਾਂਜੀ,
ਚੱਲਦਾ ਜੀ, ਚੱਲਦਾ ਇਹ ਕੰਮ ਜੀ, ਸਾਰੇ ਸੰਸਾਰ 'ਚ ਹੀ ਚੱਲਦਾ। ਪਰ ਉਹਨਾਂ ਦੇ ਅੰਦਰੋਂ ਪ੍ਰੇਮ ਤੇ ਈਰਖਾ ਇਹ ਵੀ ਨਿਕਲ ਗਈ ਜੀ। ਤਨ ਹੰਤਾ, ਸਰੀਰ ਦਾ ਮਾਣ ਵੀ ਉਹਨਾਂ ਦੇ ਅੰਦਰੋਂ ਨਿਕਲ ਗਿਆ। ਇੰਨੀ ਵਧੀਆ ਅਵਸਥਾ ਬਣ ਗਈ, ਅੰਦਰੋਂ ਹਉਮੈ ਦਾ ਅਭਾਵ ਹੋ ਗਿਆ ਜੀ। ਹਰ ਬੰਦਾ ਨਾ ਜੀ, ਹਰ ਬੰਦਾ ਚਾਹੁੰਦਾ ਵੀ ਲੋਕ ਮੈਨੂੰ ਵੇਖਣ ਦੀ, ਲੋਕ ਮੇਰਾ ਪ੍ਰਭਾਵ ਕਬੂਲਣ, ਲੋਕ ਮੈਨੂੰ ਵੀ ਚੰਗਾ ਕਹਿਣ, ਲੋਕ ਮੇਰੀ ਸੋਭਾ ਕਰਨ। ਹਰ ਬੰਦੇ ਦੀ ਇੱਛਾ ਹੈਗੀ ਜੀ, ਸਾਡੇ ਸਾਰਿਆਂ ਦੀ ਇੱਛਾ ਹੈਗੀ ਹੈ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਇਸ ਇੱਛਾ ਦੇ ਵਾਸਤੇ ਫਿਰ ਬੰਦਾ ਦੂਜੇ ਤੇ ਪ੍ਰਭਾਵ ਪਾਉਣ ਦਾ ਯਤਨ ਵੀ ਕਰਦਾ, ਕੋਸ਼ਿਸ਼ ਵੀ ਕਰਦਾ ਜੀ। ਉਹ ਕੰਮ ਕਰਦਾ ਜਿਹਦੇ ਨਾਲ ਦੂਜੇ ਤੇ ਅਸਰ ਪਵੇ ਸਾਡਾ ਜੀ, ਪਾਉਣ ਦਾ ਕੋਸ਼ਿਸ਼ ਕਰਦੇ ਜੀ ਅਸੀਂ ਸਾਰੇ। ਪਰ ਇਹ ਸਾਰੀਆਂ ਹੀ ਗੱਲਾਂ ਉਹਨਾਂ ਦੋਵਾਂ ਜੀਆਂ ਦੇ ਮਨ ਚੋਂ ਨਿਕਲ ਹੀ ਗਈਆਂ ਜੀ, ਨਿਕਲ ਹੀ ਗਈਆਂ। ਮਹਾਰਾਜ ਨੇ ਮਿਹਰ ਕਰ ਦਿੱਤੀ ਨਾ ਜੀ, ਮਨ ਨਿਰਮਲ ਕਰਤਾ। ਹਾਂਜੀ, ਗੁਰੂ ਮਹਾਤਮ ਨੀਕੇ ਜਾਨਾ। ਸੱਚੇ ਪਾਤਸ਼ਾਹ ਜੀ ਦਾ ਮਹਾਤਮ ਜਾਣ ਲਿਆ, ਪਤਾ ਲੱਗ ਗਿਆ ਗੁਰੂ ਹਰਗੋਬਿੰਦ ਸਾਹਿਬ ਆਪ ਰੱਬ ਹੀ ਨੇ, ਆਪ ਪਰਮੇਸ਼ਰ ਨੇ ਸੱਚੇ ਪਾਤਸ਼ਾਹ। ਵਿਸ਼ੀਅਨ ਤੇ ਮਨ ਜਬ ਸਿਤਲਾਨਾ। ਤੇ ਦੋਵਾਂ ਜੀਆਂ ਦਾ ਵਿਸ਼ੇ ਵਿਕਾਰਾਂ ਤੋਂ ਮਨ ਸੀਤਲ ਹੋ ਗਿਆ ਜੀ, ਮਨ ਠੰਡਾ ਹੋ ਗਿਆ। ਫਿਰ ਕਦੀ ਕ੍ਰੋਧ ਨਹੀਂ ਪੈਦਾ ਹੋਇਆ ਜੀ ਉਹਨਾਂ ਦੇ ਅੰਦਰ। ਕੋਈ ਵੀ ਵਿਕਾਰ, ਬੁਰਾ ਵਿਚਾਰ ਉਸ ਦਿਨ ਤੋਂ ਬਾਅਦ ਦੋਵਾਂ ਜੀਆਂ ਦੇ ਮਨ 'ਚ ਪੈਦਾ ਹੀ ਨਹੀਂ ਹੋਇਆ ਜੀ। ਇੰਨੇ ਵੱਡੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਆਖੋ ਸਾਰੇ ਪ੍ਰੇਮ ਨਾਲ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਵੱਡੇ ਭਾਗ ਤੇ ਜਾਗਿਓ ਗਿਆਨ। ਵੱਡੇ ਭਾਗ ਅੰਦਰ ਗਿਆਨ ਵਾਲੀ ਅਵਸਥਾ ਬਣ ਗਈ ਜੀ। ਹਾਂਜੀ, ਭਏ ਜਗਤ ਕੇ ਬੰਧਨ ਹਾਨ। ਤੇ ਜਗਤ ਦੇ ਬੰਧਨ ਜਿਹੜੇ ਸੀ ਉਹ ਛੁੱਟ ਗਏ ਜੀ ਉਹਨਾਂ ਤੋਂ। ਬੰਧਨ ਬੜਾ ਤੰਗ ਕਰਦੇ ਚ, ਕੋਈ ਨਾ ਕੋਈ ਬੰਧਨ ਪਿਆ ਹੀ ਰਹਿੰਦਾ ਜੀ ਸਾਨੂੰ ਜੀ। ਹਾਂਜੀ, ਰੱਬ ਦੇ ਪਿਆਰੇ ਬੰਧਨਾਂ ਤੋਂ ਮੁਕਤ ਹੁੰਦੇ ਜੀ। ਇੱਕ ਰਾਜਕੁਮਾਰ ਸੀ ਤੇ ਇੱਕ ਸੰਤ ਸੀਗੇ ਜੀ। ਇੱਕ ਰਾਜਕੁਮਾਰ ਸੀ, ਇੱਕ ਸੰਤ ਸੀ। ਤੇ ਰਾਜਕੁਮਾਰ ਥੋੜਾ ਜਿਹਾ ਭਲਾ ਸੀਗਾ ਜੀ, ਉਹਦਾ ਨਾਮ ਜਪਣ ਨੂੰ ਜੀ ਕਰਦਾ ਸੀਗਾ। ਤੇ ਰਾਜਕੁਮਾਰ ਨੇ ਸੰਤਾਂ ਦੀ ਸੰਗਤ ਕਰਨੀ ਜੀ। ਤੇ ਇੱਕ ਦਿਨ ਉਹਨੇ ਫਿਰ ਸੰਤਾਂ ਨੂੰ ਪੁੱਛਿਆ, ਮਹਾਂਪੁਰਖੋ ਤੁਹਾਡੇ ਵਿੱਚ ਤੇ ਮੇਰੇ 'ਚ ਕੀ ਫਰਕ ਹੈਗਾ? ਹਾਂਜੀ, ਹੁਣ ਸਾਡੇ ਵਿੱਚ ਤੇ ਰੱਬ ਦੇ ਪਿਆਰਿਆਂ 'ਚ ਫਰਕ ਤੇ ਬੜਾ ਹੈਗਾ ਜੀ। ਕਹਿੰਦਾ ਤੁਹਾਡੇ ਵਿੱਚ ਤੇ ਮੇਰੇ 'ਚ ਕੀ ਫਰਕ ਹੈਗਾ? ਸੰਤ ਕਹਿੰਦੇ ਦੱਸ ਦਾਂਗੇ ਕਿਸੇ ਦਿਨ। ਰਾਜਕੁਮਾਰ ਹਾਥੀ ਤੇ ਚੜਿਆ ਜੀ। ਹਾਂਜੀ, ਨਾਲ ਉਹਨੇ ਸੰਤਾਂ ਨੂੰ ਲਿਆ ਤੇ ਕਹਿੰਦਾ ਆਓ ਜੀ ਸੈਰ ਕਰੀਏ। ਸੰਤ ਕਹਿੰਦੇ ਠੀਕ ਹੈ। ਤੇ ਸਾਧ ਸੰਗਤ ਜੀ, ਉਹ ਸੰਤ ਫਿਰ ਨਾਲ ਗਏ ਜੀ। ਸੰਤਾਂ ਪਾਏ ਆਪਣੇ ਕੱਪੜੇ ਸੰਤਾਂ ਵਾਲੇ ਜੀ। ਤੇ ਰਾਜਕੁਮਾਰ ਬੜਾ ਤਿਆਰ ਸ਼ਿਆਰ ਹੋਇਆ ਤੇ ਜਾ ਰਹੇ। ਇੱਕ ਜਗ੍ਹਾ ਉਤਰੇ ਤੇ ਦੂਜੇ ਰਾਜ ਦੀ ਹੱਤ ਸ਼ੁਰੂ ਹੋ ਗਈ ਸੀਗੀ ਜੀ, ਦੂਜੇ ਰਾਜ ਦੀ। ਹਾਂਜੀ, ਤੇ ਉਤਰੇ ਤੇ ਦੋਵੇਂ ਜਣੇ ਉਤਰੇ ਸੀਗੇ। ਸੰਤ ਚੜ੍ਹੇ ਹਾਥੀ ਤੇ ਹਾਥੀ ਤੋਰ ਕੇ ਦੂਜੇ ਰਾਜ 'ਚ ਵੜ ਗਏ ਜੀ, ਦੂਜੇ ਦੇਸ਼ 'ਚ ਵੜ ਗਏ, ਚਲੇ ਗਏ, ਐਂਟਰ ਹੋ ਗਏ, ਪ੍ਰਵੇਸ਼ ਹੋ ਗਏ। ਤੋ ਰਾਜਕੁਮਾਰ ਆਵਾਜ਼ ਮਾਰੇ, ਸੰਤ ਜੀ ਵਾਪਸ ਆ ਜਾਓ, ਇਹ ਸਾਡਾ ਇਲਾਕਾ ਨਹੀਂ ਹੈਗਾ। ਸੰਤ ਕਹਿੰਦੇ ਬਸ ਤੇਰੇ 'ਚ ਤੇ ਮੇਰੇ 'ਚ ਇਹੋ ਫਰਕ ਹੈਗਾ ਜੀ। ਕਹਿਣ ਲੱਗੇ ਤੂੰ ਕੁਝ ਛੱਡ ਨਹੀਂ ਸਕਦਾ, ਵੇਖ ਅਸੀਂ ਇਹ ਥਾਵਾਂ ਦਾ ਮੋਹ ਛੱਡਿਆ। ਕਹਿਣ ਲੱਗੇ ਤੂੰ ਬੰਧਨ 'ਚ ਪਿਆ, ਤੂੰ ਆਪਣੇ ਇਲਾਕੇ ਤੋਂ ਦੂਜੇ ਇਲਾਕੇ 'ਚ ਜਾਏਗਾ, ਤੇਰੇ 'ਤੇ ਜਾਨ ਤੇ ਖਤਰਾ, ਮੇਰੇ ਤੇ ਕੋਈ ਨਹੀਂ ਉਹ ਖਤਰਾ। ਕਹਿਣ ਲੱਗੇ ਤੂੰ ਕੁਝ ਛੱਡ ਨਹੀਂ ਸਕਦਾ, ਆਪਣੇ ਇਲਾਕੇ ਨੂੰ ਛੱਡ ਨਹੀਂ ਸਕਦਾ, ਅਸੀਂ ਤੇਰੇ ਇਲਾਕੇ ਨੂੰ ਛੱਡ ਕੇ ਇੱਧਰ ਰਵਾਂਗੇ, ਤੂੰ ਤੇ ਕੁਝ ਛੱਡ ਨਹੀਂ ਸਕਦਾ, ਅਸੀਂ ਸਭ ਕੁਝ ਛੱਡ ਕੇ ਬੈਠੇ ਰੱਬ ਦੀ ਮਿਹਰ ਨਾਲ। ਕਹਿਣ ਲੱਗੇ ਹਾਂਜੀ, ਇੰਨਾ ਕੁ ਫਰਕ ਹੁੰਦਾ ਤੇ ਆਪਾਂ ਬੰਧਨ 'ਚ ਫਸੇ ਕੁਝ ਛੱਡ ਨਹੀਂ ਸਕਦੇ ਜੀ। ਸੰਤ ਬੰਧਨਾਂ 'ਚ ਨਹੀਂ ਫਸੇ ਹੁੰਦੇ ਜੀ। ਮਹਾਰਾਜ ਨੇ ਕਿਰਪਾ ਕੀਤੀ ਜੀ, ਸਾਈਂ ਦਾਸ ਜੀ ਦੇ ਤੇ ਰਾਮੋ ਜੀ ਦੇ ਬੰਧਨ ਕੱਟ ਦਿੱਤੇ ਗੁਰੂ ਹਰਗੋਬਿੰਦ ਸਾਹਿਬ ਨੇ।
ਬੰਧਨ ਕੱਟ ਦਿੱਤੇ। ਅੱਗੋਂ ਫਿਰ ਹੁਣ ਨਵਾਂ ਪ੍ਰਸੰਗ ਸ਼ੁਰੂ ਹੋਏਗਾ, ਉਹ ਆਪਾਂ ਕੱਲ ਨੂੰ ਸਰਵਣ ਕਰਾਂਗੇ ਜੀ। ਭਾਵਨਾ ਉਹਨਾਂ ਨੇ ਕੀ ਰੱਖੀ ਜੀ? ਸਾਂਢੂ ਵਾਲੀ ਭਾਵਨਾ ਨਹੀਂ ਰੱਖੀ ਜੀ। ਸਾਈਂ ਦਾਸ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਆਪਸ ਵਿੱਚ ਸਾਂਢੂ ਨੇ, ਸਾਂਢੂ ਜੀ, ਪਰ ਸਾਂਢੂ ਵਾਲੀ ਭਾਵਨਾ ਨਹੀਂ ਰੱਖੀ। ਭਾਵਨਾ ਰੱਖੀ ਵੀ ਇਹ ਸਾਡੇ ਪਰਮੇਸ਼ਰ ਜੀ ਹਨ, ਸਾਨੂੰ ਤਾਰਨ ਵਾਲੇ ਹਨ। ਤੇ ਗੁਰੂ ਜੀ ਨੇ ਮਿਹਰ ਵੀ ਬੜੀ ਵੱਡੀ ਕਰ ਦਿੱਤੀ ਜੀ। ਸੋ ਆਪਾਂ ਵੀ ਹੁਣ ਪੰਕਤੀ ਪੜ੍ਹੀਏ, ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਪਰਮੇਸ਼ਰ ਹਨ। ਆਓ ਭਾਵਨਾ ਨਾਲ ਪੰਕਤੀ ਪੜ੍ਹੀਏ, ਫਿਰ ਅਰਦਾਸ ਖਿਮਾ ਮੰਗੀਏ। ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰ ਪਰਮੇਸ਼ਰ ਮੇਰਾ, ਪਰਮੇਸ਼ਰ ਮੇਰਾ, ਸਤਿਗੁਰ ਪਰਮੇਸ਼ਰ ਮੇਰਾ। ਜਪੋ ਗੱਜ ਕੇ। ਇਹ ਦੋਵਾਂ ਜੀਆਂ ਦੀ ਭਾਵਨਾ ਜੀ, ਰਾਮੋ ਜੀ ਦੀ ਤੇ ਸਾਈਂ ਦਾਸ ਜੀ ਦੀ, ਤੇ ਸਾਡੀ ਵੀ ਬਣਨੀ ਚਾਹੀਦੀ। ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰ ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰ ਪਰਮੇਸ਼ਰ ਮੇਰਾ। ਗੁਰੂ ਜੀ ਮਿਹਰ ਕਰਨ। ਆਓ 2 ਮਿੰਟ ਗੁਰੂ ਮੰਤਰ ਦਾ ਜਾਪ ਕਰਕੇ ਖਿਮਾ ਮੰਗੀਏ। ਲੱਕ ਸਿੱਧੇ ਕਰਕੇ ਪ੍ਰੇਮ ਨਾਲ ਸਾਵਧਾਨ ਹੋ ਕੇ ਸਾਰੇ ਆਖੋ ਜੀ ਵਾਹਿਗੁਰੂ 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 ਵਾਹਿਗੁਰੂ। ਸੱਚੇ ਪਾਤਸ਼ਾਹ ਮਿਹਰ ਕਰਨ, ਕਿਰਪਾ ਕਰਨ। ਜਿਹੋ ਜਿਹਾ ਪਿਆਰ ਸ਼ੁੱਧ ਹਿਰਦਾ ਗੁਰੂ ਜੀ ਨੇ ਉਹਨਾਂ ਦਾ ਕੀਤਾ ਜੀ, ਸਾਈਂ ਦਾਸ ਜੀ ਦਾ ਤੇ ਰਾਮੋ ਜੀ ਦਾ। ਪਹਿਲਾਂ ਪਿਆਰ ਵੇਖਿਆ ਜੀ ਉਹਨਾਂ ਦੇ ਮਨ 'ਚ,
ਤੇ ਫਿਰ ਮਿਹਰ ਦੀ ਦ੍ਰਿਸ਼ਟੀ ਕੀਤੀ। ਮਹਾਰਾਜ ਨੇ ਵੇਖਿਆ ਵੀ ਇਹਨਾਂ ਦੀ ਤੇ ਮੰਗ ਹੀ ਕੋਈ ਨਹੀਂ ਹੈਗੀ। ਹਾਂਜੀ, ਇਹਨਾਂ ਦੀ ਤੇ ਮੰਗ ਹੀ ਕੋਈ ਨਹੀਂ ਹੈਗੀ ਸਾਡੇ ਪਰਥਾਏ। ਤੇ ਫਿਰ ਗੁਰੂ ਜੀ ਨੇ ਮਿਹਰ ਕੀਤੀ ਤੇ ਚਲੋ ਹਿਰਦਾ ਵੀ ਸ਼ੁੱਧ। ਤੇ ਮਹਾਰਾਜ ਕਹਿੰਦੇ ਜਨਮ ਮਰਨ ਹੀ ਨਹੀਂ ਹੋਏਗਾ ਹੁਣ ਕਦੇ। ਕਿੱਡੀ ਵੱਡੀ ਮਿਹਰ ਕਰਤੀ ਸੱਚੇ ਪਾਤਸ਼ਾਹ ਜੀ। ਸਾਡੇ ਤੇ ਵੀ ਮਿਹਰ ਕਰਨ, ਕਿਰਪਾ ਕਰਨ। ਜੇ ਤੁਹਾਡੇ ਘਰ ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਉਣ, ਤੁਹਾਨੂੰ ਖੁਸ਼ੀਆਂ ਦਾ, ਸੁੱਖਾਂ ਦਾ ਸਮਾਂ ਮਹਾਰਾਜ ਬਖਸ਼ਣ। ਇੰਝ ਸੇਵਾ ਕਰਿਓ ਜਿਵੇਂ ਸਾਈਂ ਦਾਸ ਜੀ ਤੇ ਰਾਮੋ ਜੀ ਨੇ ਕੀਤੀ ਹੈ ਜੀ। ਮੈਂ ਵੇਖਦਾ ਜੀ ਕਈ ਸਗੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਘਰ ਤੇ ਸੱਦ ਕੇ ਨਾ ਜੀ ਉਲਟਾ ਬੇਅਦਬੀ ਕਰੀ ਜਾਂਦੇ ਮਹਾਰਾਜ ਜੀ। ਹਾਂਜੀ, ਇੰਝ ਸੇਵਾ ਕਰਿਓ, ਵੇਖਿਓ ਖੁਸ਼ੀਆਂ ਮਿਲਦੀਆਂ, ਬਰਕਤਾਂ ਮਿਲਦੀਆਂ, ਬਖਸ਼ਿਸ਼ਾਂ ਮਿਲਦੀਆਂ ਜੀ। ਮਹਾਰਾਜ ਜੀ ਮਿਹਰਾਂ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਦੇ ਨਾਲ ਗੱਜ ਕੇ ਸਾਰੀ ਸੰਗਤ ਬੁਲਾਓ ਜੀ। ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।